ਤੁਸੀਂ ਕਿਵੇਂ ਦਾਵਾ ਕਰ ਸਕਦੇ ਹੋ ਕਿ ਬਾਬਾ ਜੀਵਨ ਸਿੰਘ ਨੂੰ ਹੀ ਕਲਗੀ ਤੇ ਪੁਸ਼ਾਕਾ ਬਖਸ਼ਿਆ? ਕਿਉਂਕਿ ਕੁਝ ਲੋਕਾਂ ਦਾ ਦਾਵਾ ਹੈ ਕਿ ਇਹ ਜਿਹੜੀ ਕਲਗੀ ਤੇ ਪੁਸ਼ਾਕਾ ਹੈ ਇਹ ਬਾਬਾ ਸੰਗਤ ਸਿੰਘ ਨੂੰ ਦਿੱਤਾ ਗਿਆ। ਅਸੀਂ 300 ਸਾਲ ਪਹਿਲਾਂ ਹੈ ਨਹੀਂ ਸੀ ਜੀ। ਜੋ ਸਮਕਾਲੀ ਇਤਿਹਾਸਕਾਰ ਹੈ, ਜੋ ਉਹਨਾਂ ਨੇ ਆਪਣੀ ਗੁਰੂ ਸਾਹਿਬ ਦੇ ਦਰਬਾਰੀ ਕਵੀ ਹੈ ਚਾਹੇ ਸਮਕਾਲੀ ਹੈ, ਜੋ ਉਹਨਾਂ ਨੇ ਲਿਖਿਆ ਮੈਂ ਉਸ ਆਧਾਰ ਤੇ ਇਹ। ਜੇ ਤੁਸੀਂ ਪੜਿਆ ਹੋਵੇ ਕਾਹਨ ਸਿੰਘ ਨਾਭਾ ਨੇ ਬਾਬਾ ਜੀਵਨ ਸਿੰਘ ਦੀ ਸ਼ਹਾਦਤ ਸਰਸਾ ਦੇ ਕੰਢੇ ਦੇ ਉੱਪਰ ਹੀ ਕਰਵਾਤੀ ਹੈ। ਜਿਹੜਾ 20 ਦਸੰਬਰ 1704 ਈਸਵੀ ਨੂੰ ਸਰਸਾ ਕੰਢੇ ਸ਼ਹੀਦ ਹੋਇਆ, ਉਹਨੂੰ ਭੁਲੇਖਾ ਲੱਗਿਆ ਹੈ ਸੰਤੋਖ ਸਿੰਘ। ਜੇ ਚਮਕੌਰ ਸਾਹਿਬ ਦੀ 40 ਸਿੰਘਾਂ ਦੀ ਲਿਸਟ ਹੀ ਵੇਖ ਲਈਏ ਜਿਹਦੇ ਵਿੱਚ ਸ਼ਹੀਦਾਂ ਦੇ ਨਾਮ ਨੇ, ਉਹਦੇ ਵਿੱਚ ਬਾਬਾ ਜੀਵਨ ਸਿੰਘ ਦਾ ਨਾਮ ਹੀ ਨਹੀਂ ਹੈ। ਮੈਂ ਦੱਸਦਾ ਤੁਹਾਨੂੰ, ਇਹ ਨਾਮ ਹੈ ਸੀ। ਇਸ ਤੋਂ ਪਹਿਲਾਂ ਪਿਆ ਹੋਇਆ ਨਾਮ ਕਦੋਂ ਵੇਖਿਆ? ਤੁਹਾਡੇ ਕੋਲ ਕੀ ਸਬੂਤ ਹੈ? ਸਾਡੇ ਕੋਲ ਸਬੂਤ ਹੈ ਜੀ, ਅਸੀਂ ਇੱਥੇ ਦਰਸ਼ਨ ਮੇਲਾ ਕਰਨ ਜਾਂਦੇ ਚਮਕੌਰ ਸਾਹਿਬ। ਇਹ ਤੁਹਾਨੂੰ ਲੱਗਦਾ ਨਹੀਂ ਪਿਆ ਵੀ ਬਹੁਤ ਵੱਡਾ ਆਪਾਂ ਪਾੜ ਪਾ ਦੇਾਂਗੇ? ਨਹੀਂ ਪਾੜ, ਕੋਈ ਪਾੜ ਨਹੀਂ। ਜਿਹੜੇ ਅਸਲੀਅਤ ਇਹੀ ਹੈ, ਅਸਲ ਸੱਚ ਇਹੀ ਹੈ। ਹੁਣ ਕਲਗੀਆਂ ਵਾਲੇ ਨੇ ਕਲਗੀ ਸਿੱਖ ਨੂੰ ਦਿੱਤੀ, ਤੁਸੀਂ ਕੋਰਟ ਦੇ ਵਿੱਚ ਜਾ ਕੇ ਕੋਰਟ ਨੂੰ ਪੁੱਛਦੇ ਪਏ ਵੀ ਤੁਸੀਂ ਡਿਸਾਈਡ ਕਰੋ ਕਲਗੀ ਕਿਹਨੂੰ ਦਿੱਤੀ ਹੈ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਤਹਿ ਦਿਲੋਂ ਸਵਾਗਤ ਕੀਤਾ ਜਾਂਦਾ। ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਹੈ ਵੀ ਕੋਈ ਨਾ ਕੋਈ ਸ਼ਖਸੀਅਤ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਣਾ ਵਾ ਤੇ ਇੱਕ ਭਾਲ ਦੇ ਵਿੱਚ ਰਹਿਣਾ ਵਾ ਜਿਨ੍ਹਾਂ ਨੇ ਖੋਜ ਕੀਤੀ ਹੋਵੇ। ਐਸੇ ਖੋਜੀ ਜਨਾਂ ਨੂੰ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਕਰਦੇ ਹਾਂ। ਅੱਜ ਦੋਸਤੋ ਮੇਰੇ ਇਸ ਪ੍ਰੋਗਰਾਮ ਕੌੜਾ ਸੱਚ ਦੇ ਵਿੱਚ ਮੇਰੇ ਨਾਲ ਨੇ ਬਾਬਾ ਜਸਵੰਤ ਸਿੰਘ ਕਾਰ ਸੇਵਾ ਵਾਲੇ, ਕੈਪਟਨ ਸਵਰਨ ਸਿੰਘ ਜੀਰਾ। ਤੇ ਮੈਂ ਥੋੜਾ ਜਿਹਾ ਤੁਹਾਨੂੰ ਵਿਸ਼ਾ ਦੇ ਦਿਆਂ ਕਿਉਂਕਿ ਸਰਦਾਰ ਸਾਹਿਬ ਨੇ ਕਿਤਾਬ ਲਿਖੀ ਹੈ ਅਸਲ ਸੱਚ 10ਵੇਂ ਪਾਤਸ਼ਾਹ ਵੱਲੋਂ ਕਲਗੀ ਅਤੇ ਪੁਸ਼ਾਕਾ ਬਖਸ਼ਣ ਦਾ। ਤੇ ਮੈਂ ਥੋੜਾ ਹਵਾਲਾ ਦੇ ਦਿਆਂ, ਲੰਮੇ ਸਮੇਂ ਤੋਂ ਇਹ ਚੀਜ਼ ਬੜੀ ਚਰਚਾ ਦਾ ਵਿਸ਼ਾ ਬਣੀ ਰਹੀ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੀ ਕਲਗੀ ਬਖਸ਼ੀ ਹੈ, ਕਲਗੀ ਕਿਹਨਾਂ ਨੂੰ ਬਖਸ਼ੀ ਹੈ? ਕੁਝ ਸੱਜਣਾ ਦਾ ਦਾਅਵਾ ਹੈ ਕਿ ਬਾਬਾ ਸੰਗਤ ਸਿੰਘ ਨੂੰ ਬਖਸ਼ੀ ਹੈ, ਕੁਝ ਸੱਜਣਾ ਦਾ ਦਾਅਵਾ ਹੈ ਬਾਬਾ ਜੀਵਨ ਸਿੰਘ ਜੀ ਨੂੰ ਬਖਸ਼ੀ ਹੈ, ਜਿਨ੍ਹਾਂ ਦਾ ਪਹਿਲਾ ਨਾਮ ਭਾਈ ਜੈਤਾ ਜੀ ਕਹਿ ਕੇ ਪੁਕਾਰਿਆ ਜਾਂਦਾ ਹੈ। ਪਰ ਸਵਾਲ ਇੱਥੇ ਫਿਰ ਖੜਾ ਹੋ ਜਾਂਦਾ ਹੈ ਵੀ ਜਦੋਂ ਇਸ ਤਰ੍ਹਾਂ ਦੀ ਚਰਚਾ ਛਿੜਦੀ ਹੈ ਤੇ ਤੱਥ ਸਬੂਤ ਕਿਸ ਗੱਲ ਦਾ ਪ੍ਰਮਾਣ ਦਿੰਦੇ ਨੇ, ਕਿਸ ਚੀਜ਼ ਨੂੰ ਸੱਚ ਮੰਨਿਆ ਜਾਵੇ? ਜੇ ਪ੍ਰਚਾਰਕਾਂ ਦੀ ਜ਼ੁਬਾਨ ਤੋਂ ਜੋ ਆਪਾਂ ਸੁਣਦੇ ਆ ਰਹੇ ਹਾਂ ਸੰਤ ਸਿੰਘ ਜਾਂ ਸੰਗਤ ਸਿੰਘ ਦਾ ਹਵਾਲਾ ਮਿਲਦਾ ਹੈ, ਤੇ ਜੇ ਇਸ ਤੋਂ ਵੀ ਥੋੜੀ ਜਿਹੀ ਪਿਛੋਕੜ ਗ੍ਰੰਥਾਂ ਵਿੱਚ ਚਲੇ ਜਾਈਏ ਕੁਛ ਨੇ ਥੋੜਾ ਜਿਹਾ ਦੋਹਾਂ ਦਾ ਹਵਾਲਾ ਜਿਹਾ ਦੇ ਦਿੱਤਾ ਹੈ। ਪਰ ਮੇਰਾ ਮਨ ਕਹਿੰਦਾ ਵੀ ਤੱਥਾਂ ਦੇ ਆਧਾਰ ਦੇ ਉੱਪਰ ਗੱਲ ਸੱਚ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ। ਕਲਗੀ ਪਿਤਾ ਮਹਾਰਾਜ ਜੀ ਦੀ ਹੈ, ਬਖਸ਼ਦੇ ਕਿਹਨਾਂ ਨੂੰ ਹੈ? ਕੁਝ ਵਿਦਵਾਨਾਂ ਨੇ ਇੱਥੇ ਵਿਚਕਾਰਲੀ ਗੱਲ ਵੀ ਕਹਿ ਦਿੱਤੀ। ਉਹ ਕਹਿੰਦੇ ਕਲਗੀ ਭਾਵੇਂ ਬਾਬਾ ਸੰਗਤ ਸਿੰਘ ਨੂੰ ਦਿੱਤੀ ਹੈ ਤੇ ਭਾਵੇਂ ਬਾਬਾ ਜੀਵਨ ਸਿੰਘ ਨੂੰ ਦਿੱਤੀ ਹੈ। ਕਹਿੰਦੇ ਦਿੱਤੀ ਉਸ ਨੂੰ ਹੈ ਜਿਹਨੂੰ ਬ੍ਰਾਹਮਣ ਸ਼ੂਦਰ ਕਹਿੰਦਾ। ਕਹਿੰਦੇ ਕਲਗੀ ਪਿਤਾ ਮਹਾਰਾਜ ਜੀ ਨੇ ਉਹਨਾਂ ਸਭਨਾਂ ਨੂੰ ਮਾਣ ਬਖਸ਼ਿਆ ਤੇ ਕਲਗੀ ਨੂੰ ਜਾਤ ਜਾਂ ਬਰਾਦਰੀ ਨਾਲ ਜੋੜ ਕੇ ਨਾ ਵੇਖਿਆ ਜਾਵੇ, ਸਮੁੱਚੇ ਇੱਕ ਵਰਗ ਨਾਲ ਜੋੜ ਕੇ ਵੇਖਿਆ ਜਾਵੇ। ਅਨੇਕ ਤਰ੍ਹਾਂ ਦੀਆਂ ਵਿਚਾਰਾਂ ਲੰਮੇ ਸਮੇਂ ਤੋਂ ਆ ਰਹੀਆਂ ਨੇ, ਸੁਣਦੇ ਆ ਰਹੇ ਹਾਂ। ਪਰ ਫਿਰ ਵੀ ਕੁਝ ਸੱਜਣਾ ਨੇ ਕਈ ਸਾਲਾਂ ਦੀ ਮਿਹਨਤ ਕਰਕੇ ਕਿਤਾਬਾਂ ਲਿਖੀਆਂ ਨੇ ਤੇ ਕਿਤਾਬ ਦਾ ਨਾਮ ਹੈ ਅਸਲ ਸੱਚ 10ਵੇਂ ਪਾਤਸ਼ਾਹ ਵੱਲੋਂ ਬਖਸ਼ੀ ਕਲਗੀ ਅਤੇ ਪੁਸ਼ਾਕੇ ਦੀ। ਤੇ ਜੇ ਇਸ ਤੋਂ ਵੀ ਅੱਗੇ ਚੱਲੀਏ ਤੇ ਇਹਨਾਂ ਨੇ ਇੱਕ ਹੋਰ ਕਿਤਾਬ ਪੇਸ਼ ਕੀਤੀ ਹੈ ਪ੍ਰਾਚੀਨ ਸਿੱਖ ਇਤਿਹਾਸ ਦੇ ਰਿਕਾਰਡ ਨਾਲ ਛੇੜਛਾੜ, ਪਾਤਰਾਂ ਦੇ ਨਾਮ ਦੀ ਤਬਦੀਲੀ। ਆਓ ਇਹਨਾਂ ਨੂੰ ਪੁੱਛਦੇ ਹਾਂ ਸਰਦਾਰ ਜਸਵੰਤ ਸਿੰਘ ਜੀ ਨੂੰ ਵੀ ਕਦੋਂ ਤਬਦੀਲੀਆਂ ਹੋਈਆਂ, ਕਿਹੜੇ ਪਾਤਰਾਂ ਦੀਆਂ ਤਬਦੀਲੀਆਂ ਹੋਈਆਂ ਤੇ ਤੁਸੀਂ ਕਿੰਨਾ ਤੱਥਾਂ ਦੇ ਆਧਾਰ ਤੇ ਇਸ ਗੱਲ ਦਾ ਠੋਕ ਕੇ ਦਾਅਵਾ ਕਰਦੇ ਹੋ ਕਿ ਕਲਗੀ ਜਿਹੜੀ ਹੈ ਬਾਬਾ ਜੀਵਨ ਸਿੰਘ ਜੀ ਨੂੰ ਬਖਸ਼ੀ ਗਈ ਹੈ, ਬਾਬਾ ਸੰਗਤ ਸਿੰਘ ਨੂੰ ਕਲਗੀ ਨਹੀਂ ਬਖਸ਼ੀ ਗਈ? ਆਓ ਸਾਰੇ ਸਵਾਲਾਂ ਦੇ ਜਵਾਬ ਲੈਣ ਦਾ ਯਤਨ ਕਰਦੇ ਹਾਂ। ਕਿਉਂਕਿ ਦੋਸਤੋ ਮੈਂ ਤੁਹਾਨੂੰ ਥੋੜਾ ਜਿਹਾ ਜ਼ਿਕਰ ਫਿਰ ਕਰਦੇ ਹਾਂ। ਅੱਜ ਸਵੇਰੇ ਵੀ ਤਲਾਨੀਆਂ ਪਿੰਡ ਤੋਂ ਇੱਕ ਕਾਲ ਆਉਂਦੀ ਹੈ ਤੇ ਕਿਹਾ ਜਾਂਦਾ ਕਿ ਭਾਈ ਸਾਹਿਬ ਜੋ ਕਲਗੀ ਹੈ ਉਹ ਕਲਗੀ ਪਿਤਾ ਮਹਾਰਾਜ ਜੀ ਨੇ ਬਾਬਾ ਸੰਗਤ ਸਿੰਘ ਨੂੰ ਬਖਸ਼ੀ ਹੈ। ਸਤਿਕਾਰਯੋਗ ਭਾਈ ਜਸਵੰਤ ਸਿੰਘ ਜੀ ਇਸ ਗੱਲ ਦਾ ਦਾਅਵਾ ਕਰਦੇ ਨੇ ਕਾਰ ਸੇਵਾ ਵਾਲੇ ਕਿ ਜੋ ਕਲਗੀ ਹੈ ਇਹ ਬਾਬਾ ਜੀਵਨ ਸਿੰਘ ਨੂੰ ਬਖਸ਼ੀ ਹੈ। ਪਰ ਮੈਂ ਕਹਿੰਦਾ ਇਹ ਫੈਸਲਾ ਅਸੀਂ ਆਪਸ ਦੇ ਵਿੱਚ ਨਹੀਂ ਕਰਨਾ, ਇਹ ਫੈਸਲਾ ਤੱਥਾਂ ਤੇ ਆਧਾਰਿਤ ਹੋਣਾ ਚਾਹੀਦਾ ਹੈ। ਆਓ ਇਸ ਮਾਮਲੇ ਦੀ ਪੂਰੀ ਜਾਣਕਾਰੀ ਲੈਂਦੇ ਹਾਂ ਕਿਉਂਕਿ ਇਹ ਮਾਮਲਾ ਕੋਰਟ ਦੇ ਵਿੱਚ ਵੀ ਜਾ ਚੁੱਕਾ ਹੈ, ਇਹ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਵੀ ਜਾ ਚੁੱਕਾ ਹੈ, ਇਹ ਮਾਮਲਾ ਉੱਚ ਸੰਸਥਾਵਾਂ ਦੇ ਧਿਆਨ ਦੇ ਵਿੱਚ ਹੈ। ਆਓ ਜਾਣਨ ਦਾ ਯਤਨ ਕਰਦੇ ਹਾਂ। ਸਭ ਤੋਂ ਪਹਿਲਾਂ ਆਪਣੇ ਪ੍ਰੋਗਰਾਮ ਦੇ ਵਿੱਚ ਆਉਣ ਲਈ ਬਾਬਾ ਜੀ ਹੋਰਾਂ ਨੂੰ ਤੇ ਕੈਪਟਨ ਸਾਹਿਬ ਹੋਰਾਂ ਨੂੰ ਅਸੀਂ ਦੋਵੇਂ ਹੱਥ ਜੋੜ ਕੇ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਸਭ ਤੋਂ ਪਹਿਲਾਂ ਬਿਨਾਂ ਕਿਸੇ ਹੋਰ ਜਾਣਕਾਰੀ ਦੇ ਇੱਕੋ ਜਾਣਕਾਰੀ ਲੈਣੀ ਚਾਹੁੰਦਾ ਵੀ ਤੁਸੀਂ ਇੱਕ ਸ਼ਬਦ ਲਿਖਿਆ ਅਸਲ ਸੱਚ, ਇਹਦਾ ਮਤਲਬ ਜੋ ਤੁਹਾਨੂੰ ਲੱਗਿਆ ਉਹ ਸੱਚ।
ਹੋ ਸਕਦਾ ਇਹ ਸੱਚ ਕਿਸੇ ਹੋਰ ਨੂੰ ਸੱਚ ਨਾ ਲੱਗਦਾ ਹੋਵੇ, ਤੁਹਾਨੂੰ ਲੱਗਿਆ, ਤੁਸੀਂ ਲਿਖਿਆ ਵੀ ਅਸਲ ਸੱਚ 10ਵੇਂ ਪਾਤਸ਼ਾਹ ਵੱਲੋਂ ਕਲਗੀ ਅਤੇ ਪੁਸ਼ਾਕਾ ਬਖਸ਼ਣ ਦਾ। ਤੁਸੀਂ ਕਿਵੇਂ ਦਾਅਵਾ ਕਰ ਸਕਦੇ ਹੋ ਕਿ ਬਾਬਾ ਜੀਵਨ ਸਿੰਘ ਨੂੰ ਹੀ ਕਲਗੀ ਤੇ ਪੁਸ਼ਾਕਾ ਬਖਸ਼ਿਆ? ਕਿਉਂਕਿ ਕੁਝ ਲੋਕਾਂ ਦਾ ਦਾਅਵਾ ਹੈ ਕਿ ਇਹ ਜਿਹੜੀ ਕਲਗੀ ਤੇ ਪੁਸ਼ਾਕਾ ਹੈ ਇਹ ਬਾਬਾ ਸੰਗਤ ਸਿੰਘ ਨੂੰ ਦਿੱਤਾ ਗਿਆ। ਅਸਲ ਸੱਚ ਜਿਹੜਾ ਹੈ, ਮੈਂ ਆਪਣੇ ਕੋਲ ਨਹੀਂ ਕੁਝ ਵੀ ਕਹਿੰਦਾ। ਜੋ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਇਤਿਹਾਸਕਾਰ ਹੈ, ਅਸੀਂ 300 ਸਾਲ ਪਹਿਲਾਂ ਹੈ ਨਹੀਂ ਸੀ ਜੀ, ਜੋ ਸਮਕਾਲੀ ਇਤਿਹਾਸਕਾਰ ਹੈ, ਜੋ ਉਹਨਾਂ ਨੇ ਆਪਣੀ ਗੁਰੂ ਸਾਹਿਬ ਦੇ ਦਰਬਾਰੀ ਕਵੀ ਹੈ ਚਾਹੇ ਸਮਕਾਲੀ ਹੈ, ਜੋ ਉਹਨਾਂ ਨੇ ਲਿਖਿਆ, ਮੈਂ ਉਸ ਆਧਾਰ ਤੇ ਇਹ ਜਿਹੜੀ ਪੁਸਤਕ ਹੈ ਅਸਲ ਸੱਚ 10ਵੇਂ ਪਾਤਸ਼ਾਹ ਕਲਗੀ ਤੇ ਪੁਸ਼ਾਕਾ ਬਖਸ਼ਣ ਦਾ ਤਿਆਰ ਕੀਤੀ ਹੈ। ਹੁਣ ਜਿਸ ਤਰ੍ਹਾਂ ਪਹਿਲਾਂ ਤਾਂ ਮੈਂ ਤੁਹਾਨੂੰ ਇਸ ਬੈਕਗ੍ਰਾਉਂਡ ਦਾ ਹੇਰਾ ਫੇਰੀਆਂ ਦੱਸਦਾ ਵੀ ਕਿਵੇਂ ਹੋਈਆਂ। ਜਿਸ ਤਰ੍ਹਾਂ ਗੁਰਬਲਾਸ ਪਾਤਸ਼ਾਹ 10 ਲੇਖਕ ਕਵੀ ਕੋਇਰ ਸਿੰਘ ਪੰਨਾ 205 ਤੇ ਉਹ ਕਲਗੀ ਸੰਗਤ ਸਿੰਘ ਨੂੰ ਕਹਿੰਦਾ, ਲੇਕਿਨ ਪੰਨਾ 293 ਤੇ ਉਹ ਕਹਿੰਦਾ ਵੀ ਸੰਗਤ ਸਿੰਘ ਜਿਹੜਾ ਨਖਾਸ ਚੌਕ ਲਾਹੌਰ ਦੇ ਵਿੱਚ ਸ਼ਹੀਦ ਹੋਇਆ, ਉਹ ਕਲਗੀ ਤੇ ਪੁਸ਼ਾਕੇ ਬਾਰੇ ਸਪਸ਼ਟ ਨਹੀਂ। ਇਵੇਂ ਹੀ ਉਤੇ ਬਾਅਦ 1797 ਦੇ ਵਿੱਚ ਗੁਰਬਲਾਸ ਪਾਤਸ਼ਾਹ 10 ਸੁੱਖਾ ਸਿੰਘ ਉਹ ਵੀ ਕਹਿੰਦਾ ਕਲਗੀ ਸੰਤ ਸਿੰਘ ਦਿੱਤੀ ਹੈ, ਲੇਕਿਨ ਉਹ ਸੰਤ ਸਿੰਘ ਜਿਹੜਾ ਹੈ ਉਹ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਸ਼ਹੀਦ ਹੋ ਗਿਆ, ਸੰਤ ਸਿੰਘ ਅਰੋੜਾ, ਉਹ ਵੀ ਗੱਲ ਕਲਗੀ ਹੋ ਗਈ। ਤੀਜਾ ਉਤੇ ਬਾਅਦ ਗੁਰਪ੍ਰਤਾਪ ਸੁਰਜ ਗ੍ਰੰਥ ਹੈ ਜੀ, ਭਾਈ ਸੰਤੋਖ ਸਿੰਘ, ਉਹ ਪੰਨਾ 805 ਤੇ ਕਹਿੰਦਾ ਵੀ ਕਲਗੀ ਚਾਹੇ ਸੰਗਤ ਸਿੰਘ ਦਿੱਤੀ ਜਾਂ ਸੰਤ ਸਿੰਘ ਦਿੱਤੀ, ਦੋਨੋਂ ਪੂਜਣਯੋਗ, ਮੈਂ ਇਸ ਵਿਵਾਦ ਵਿੱਚ ਨਹੀਂ ਪੈਣਾ ਚਾਹੁੰਦਾ। ਲੇਕਿਨ ਉਹਦੇ ਚ ਇੱਕ ਸ਼ਰਾਰਤ ਕਰੀ ਕਿਸੇ ਨੇ, ਜਿਹਨੇ ਕਵੀ ਸੰਤੋਖ ਸਿੰਘ ਨਹੀਂ ਕਰ ਸਕਦਾ, ਜਿਹਨੇ ਬਾਅਦ ਚ ਸੰਪਾਦਨ ਕੀਤਾ, ਉਹਨੇ ਥੱਲੇ ਇੱਕ ਨੋਟ ਦਿੱਤਾ ਵੀ ਗੁਰਬਲਾਸ ਪਾਤਸ਼ਾਹ 10 ਦਾ ਲੇਖਕ ਸੁੱਖਾ ਸਿੰਘ ਕਹਿੰਦਾ ਕਲਗੀ ਸੰਗਤ ਸਿੰਘ ਦਿੱਤੀ, ਸੁੱਖਾ ਸਿੰਘ ਨੇ ਸੰਤ ਸਿੰਘ ਦਾ ਨਾਮ ਲਿਖਿਆ, ਇਹ ਹੇਰਾਫੇਰੀ ਕੀਤੀ। ਉਸ ਤੋਂ ਬਾਅਦ ਗੁਰਪ੍ਰਤਾਪ ਸੁਰਜ ਆ ਜੋ ਆਪਣੇ ਇਹਦੇ ਚ ਮਹਾਨ ਕੋਸ਼ ਲੇਖਕ ਭਾਈ ਕਾਨ ਸਿੰਘ ਨਾਭਾ, ਉਹਨਾਂ ਨੇ ਤਾਂ ਜਿਹੜੀ ਸ਼ਹਾਦਤ ਦਾ ਜ਼ਿਕਰ ਹੈ, ਜੇ ਤੁਸੀਂ ਪੜ੍ਹਿਆ ਹੋਵੇ, ਕਾਨ ਸਿੰਘ ਨਾਭਾ ਨੇ ਬਾਬਾ ਜੀਵਨ ਸਿੰਘ ਦੀ ਸ਼ਹਾਦਤ ਸਰਸਾ ਦੇ ਕੰਢੇ ਦੇ ਉੱਪਰ ਹੀ ਕਰਵਾਤੀ ਹੈ। ਮੈਂ ਦੱਸਦਾ ਜੀ, ਉਹ ਕਹਿੰਦੇ ਕਿ ਉਹ ਚਮਕੌਰ ਦੀ ਹਵੇਲੀ ਜਾਂ ਗੜੀ ਦੇ ਵਿੱਚ ਗਏ ਹੀ ਨਹੀਂ, ਤੇ ਫਿਰ ਕਲਗੀ ਪੁਸ਼ਾਕਾ ਜਿਹੜਾ ਇਹ ਕਿਵੇਂ ਆ ਗਿਆ ਉਹਨਾਂ ਕੋਲ? ਤੁਹਾਨੂੰ ਸੰਗਤ ਸਿੰਘ 5 ਹੋਏ ਜੀ। ਹਾਂਜੀ, ਪਹਿਲਾ ਸੰਗਤ ਸਿੰਘ ਪ੍ਰੇਮਾ, ਉਹਦੇ ਬਾਪ ਦਾ ਨਾਮ ਪ੍ਰੇਮਾ ਜੀ। ਜਿਹੜਾ ਜੀਵਨ ਸਿੰਘ, ਉਹਦੇ ਬਾਪ ਦਾ ਨਾਮ ਪ੍ਰੇਮਾ, ਜਿਹੜਾ ਕਿ ਕਲਮੋੜ ਜੰਗ ਸ਼ਹੀਦ ਹੋਇਆ। ਦੂਜਾ ਸੰਗਤ ਸਿੰਘ, ਦੂਜਾ ਜੀਵਨ ਸਿੰਘ ਪੁੱਤਰ ਰਲਾ ਪਾਸੀ ਗੋਮਾਇਲ, ਇਹ ਗੁਰੂ ਅਰਜਨ ਦੇਵ ਜੀ ਦੇ ਟਾਈਮ ਚ ਹੋਇਆ। ਤੀਜਾ ਜੀਵਨ ਸਿੰਘ ਪਿਤਾ ਉਹਦਾ ਆਗਿਆ, ਦਾਦਾ ਦੁੱਲਾ ਵਾਸੀ ਦਿੱਲੀ, ਜਿਹੜਾ 20 ਦਸੰਬਰ 1704 ਈਸਵੀ ਨੂੰ ਸਰਸਾ ਕੰਢੇ ਸ਼ਹੀਦ ਹੋਇਆ। ਉਹਨੂੰ ਭੁਲੇਖਾ ਲੱਗਿਆ ਇਹ ਸੰਤੋਖ ਸਿੰਘ, ਕਿਉਂਕਿ ਸੰਤੋਖ ਸਿੰਘ ਨੇ ਹੋਰ ਤੱਥ ਵੀ ਬੜੇ ਗਲਤ ਕੀਤੇ, ਮੈਂ ਅੱਗੇ ਜਾ ਕੇ ਉਹਨਾਂ ਦਾ ਜ਼ਿਕਰ ਕਰਦਾ। ਸੋ ਚੌਥਾ ਜੀਵਨ ਸਿੰਘ ਜਿਹੜਾ ਗੁਰੂ ਸਾਹਿਬ ਆਪਣੇ ਮਾਛੀਵਾੜੇ ਉਹਦੇ ਚ ਰਹੇ ਸੀ ਚਵਾਰੇ ਚ। ਤੇ ਪੰਜਵਾਂ ਜੀਵਨ ਸਿੰਘ ਸਪੁੱਤਰ ਭਾਈ ਸਦਾਨੰਦ ਜੀ, ਜਿਹੜਾ 23 ਦਸੰਬਰ 1704 ਵਿੱਚ ਚਮਕੌਰ ਜੰਗ ਸ਼ਹੀਦ ਹੋਇਆ। ਇਹ 5 ਜੀਵਨ ਸਿੰਘ ਹੋਏ। ਸੋ ਉਹਨੇ ਇਹਦੇ ਨਾਲ ਰਲ ਗੱਲ ਕਰਤਾ। ਪਰ ਜੇ ਤੁਹਾਡੀ ਮੰਨ ਲਈਏ ਕਿ ਜਿਸ ਬਾਬਾ ਜੀਵਨ ਸਿੰਘ ਨੂੰ ਕਲਗੀ ਤੇ ਪੁਸ਼ਾਕਾ ਦੇਣ ਦਾ ਤੁਸੀਂ ਹਵਾਲਾ ਦਿੰਦੇ ਹੋ ਜਾਂ ਤੁਸੀਂ ਜ਼ਿਕਰ ਕਰਦੇ ਹੋ, ਜੇ ਚਮਕੌਰ ਸਾਹਿਬ ਦੀ 40 ਸਿੰਘਾਂ ਦੀ ਲਿਸਟ ਹੀ ਵੇਖ ਲਈਏ ਜਿਹਦੇ ਵਿੱਚ ਸ਼ਹੀਦਾਂ ਦੇ ਨਾਮ ਨੇ, ਉਹਦੇ ਵਿੱਚ ਬਾਬਾ ਜੀਵਨ ਸਿੰਘ ਦਾ ਨਾਮ ਹੀ ਨਹੀਂ ਹੈ। ਮੈਂ ਦੱਸਦਾ ਤੁਹਾਨੂੰ, ਇਹ ਨਾਮ ਹੈ ਸੀ। ਇਹ ਨਾਮ ਕਦੋਂ ਸੀ? ਇਹ ਬੜਾ ਸ਼ੁਰੂ ਤੋਂ ਚੱਲਿਆ ਆਉਂਦਾ। ਕਦੋਂ ਸੀ? ਤੁਸੀਂ ਕਦੋਂ ਦੇਖਿਆ? ਅਸੀਂ ਤਾਂ 6 ਸਤੰਬਰ ਨੂੰ ਦੇਖਿਆ ਵੀ ਨਾ ਕੱਢਿਆ ਨਾ, ਆ ਸਾਲ ਹੁਣ ਨਹੀਂ, ਤੁਸੀਂ ਕੱਢਿਆ ਨਾਮ ਵੇਖਿਆ। ਇਸ ਤੋਂ ਪਹਿਲਾਂ ਪਿਆ ਹੋਇਆ ਨਾਮ ਕਦੋਂ ਵੇਖਿਆ? ਤੁਹਾਡੇ ਕੋਲ ਕੀ ਸਬੂਤ ਹੈ? ਸਾਡੇ ਕੋਲ ਸਬੂਤ ਹੈ ਜੀ, ਅਸੀਂ ਤਾਂ ਦਰਸ਼ਨ ਮੇਲਾ ਕਰਨ ਜਾਂਦੇ ਚਮਕੌਰ ਸਾਹਿਬ। ਮੈਂ ਉੱਥੇ ਸੇਵਾ ਕਰਦੇ ਰਿਹਾ 2/10/1987 ਤੋਂ, ਬਾਬਾ ਜੀ ਦੇ ਸ਼ਹੀਦੀ ਸਥਾਨ ਦੀ ਸੇਵਾ ਕੀਤੀ ਉੱਥੇ। ਮੈਂ ਉਦੋਂ ਹੈ ਸੀ ਨਾ, ਸਭ ਕੁਝ ਸੀ। ਇਹ ਹੇਰਾਫੇਰੀ ਕਦੋਂ ਹੋਈ ਤੁਹਾਨੂੰ ਪਤਾ ਹੀ ਨਹੀਂ ਲੱਗਿਆ? ਇਹ ਹੇਰਾਫੇਰੀ ਪਤਾ ਨਹੀਂ ਕਦੋਂ ਲੱਗੀ, ਕਿਉਂਕਿ ਕਦੇ ਮੁੜ ਕੇ ਗਏ ਨਹੀਂ, ਜਾਣੇ ਮਾੜਾ ਦਰਸ਼ਨ ਕੀਤੇ ਆ ਗਏ। ਉਹ ਤਾਂ ਮੈਨੂੰ ਕਿਸੇ ਬੰਦੇ ਨੇ ਦੱਸਿਆ ਵੀ ਜੋ ਨਾਂ ਕੱਢਤਾ। ਅੱਛਾ, ਦੂਜੀ ਗੱਲ ਸੰਤੋਖ ਸਿੰਘ ਦੀ ਨਾ, ਇਹਦੀ ਗੱਲ ਕਰ ਰਹੇ ਆਪਾਂ, ਕਾਨ ਸਿੰਘ ਨਾਭਾ ਦੀ। ਪੰਨਾ 240 ਤੇ ਕਾਨ ਸਿੰਘ ਨਾਭਾ ਜਿਹੜਾ ਹੈ ਮਹਾਨ ਕੋਸ਼ ਦੇ ਪੰਨਾ 240 ਤੇ, ਉਹਨੇ ਸੁੱਖਾ ਸਿੰਘ ਦੇ ਰਚਨਾ ਦਾ ਹਵਾਲਾ ਦਿੱਤਾ। ਲੇਕਿਨ ਉੱਥੇ ਕੀ ਕੀਤਾ ਉਹਨੇ, ਨਾ ਜਿਹੜਾ ਕਵਿਤਾ ਤੋਂ ਵਾਰਤਕ ਬਣਾ ਕੇ ਲਿਖਤਾ, ਨਾਮ ਜਿਹੜਾ ਹੈ ਸੰਤ ਸੋਬਤ ਕੇ ਸੰਗਤ ਸਿੰਘ ਕਰਤਾ। ਪੰਨਾ 243 ਤੇ ਉਹਨੇ ਹਵਾਲਾ ਦਿੱਤਾ ਗੁਰਪ੍ਰਤਾਪ ਸੁਰਜ ਗ੍ਰੰਥ ਦਾ। ਲੇਕਿਨ ਉਹਦੇ ਚ ਉਹਨੇ ਕੀ ਕੀਤਾ, ਨਾਮ ਉੱਥੇ ਜਿਹੜਾ ਹੈਗਾ ਉਹਦੇ ਗੁਰਪ੍ਰਤਾਪ ਦੇ ਵਿੱਚ ਕਿਹਾ ਵੀ ਨਾ ਕਲਗੀ ਸੰਗਤ ਸਿੰਘ ਦਿੱਤੀ ਜਾਂ ਸੰਤ ਸਿੰਘ ਦਿੱਤੀ, ਦੋਨੋਂ ਪੂਜਣਯੋਗ ਹੈ। ਲੇਕਿਨ ਉਹਨੇ ਥੱਲੇ ਸੰਤ ਸਿੰਘ ਦਾ ਪਾਤਾ। ਪੰਨਾ 981 ਤੇ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਜਫਰਨਾਮਾ, ਉਹਦਾ ਜ਼ਿਕਰ ਕਿਹਾ ਵੀ 40 ਸਿੰਘ ਜਿਹੜੇ ਹੈ, 40 ਸਿੰਘਾਂ ਦਾ ਗੁਰੂ ਗੋਬਿੰਦ ਸਿੰਘ ਨੇ ਇਹ ਨਾਮ ਲਿਖੇ ਜਿਹੜੇ ਕਿ ਗਲਤ ਹੈ।
ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿਰਫ ਇੰਨਾ ਦੱਸਿਆ ਜਫਰਨਾਮੇ 'ਚ ਵੀ ਮੇਰੇ 40 ਸਿੰਘ ਭੁੱਖੇ ਸੀ ਤੇ ਦੂਜੇ ਪਾਸੇ 10 ਲੱਖ ਫੌਜ ਸੀ। ਉਹਨੇ ਗਿਣਤੀ ਦੱਸੀ ਨਾ ਕਿ ਨਾਂ, ਲੇਕਿਨ ਇਹਨਾਂ ਨੇ ਉਹਦੇ 'ਚ ਨਾਂ ਦਿੱਤੇ ਆ ਆਪਣੇ ਭਾਈ ਸੰਤੋਖ ਸਿੰਘ ਨੇ। ਕਿਸੇ ਇੱਕ ਗ੍ਰੰਥ ਦੇ ਵਿੱਚ ਵੀ 40 ਸਿੰਘਾਂ ਦੇ ਨਾਮ ਨਹੀਂ। ਹੁਣ ਜਿਸ ਤਰ੍ਹਾਂ ਗੁਰਪ੍ਰਤਾਪ ਸਿੰਘ ਜੀ ਉਹਦੇ 'ਚ 28 ਨਾਂ ਹੈ, ਹੋਰ ਗ੍ਰੰਥ ਹੈ ਕਿਸੇ 'ਚ 5 ਨਾਂ, ਕਿਸੇ 'ਚ 40 ਨਾਂ ਕਿਸੇ ਨਹੀਂ। ਜਿਹੜੇ 40 ਨਾਂ ਇਹਨੇ ਦਿੱਤੇ ਆ ਉਹਦੇ ਨਾਲ ਮੇਲ ਨਹੀਂ ਖਾਂਦੇ ਗੁਰਪ੍ਰਤਾਪ ਸਿੰਘ ਜੀ ਗ੍ਰੰਥ ਨਾਲ, ਬਾਕੀ ਗ੍ਰੰਥਾਂ ਨਾਲ ਆਪਣੀ ਮਰਜ਼ੀ ਨਾਲ ਪਤਾ ਨਹੀਂ ਕਿੱਥੋਂ ਪਾਤੇ 40 ਨਾਂ ਉਹ ਪਾਤੇ, 2 ਨਾਂ ਇਹਨਾਂ ਹੋਰ ਪਾਤੇ ਜਿਹੜੇ ਹੈ ਉਹ ਪਤਾ ਨਹੀਂ ਕਿੱਥੋਂ ਪਾਏ। ਸ਼੍ਰੋਮਣੀ ਕਮੇਟੀ ਨੇ ਆਪਣੇ ਕੋਲੋਂ 2 ਨਾਂ ਲਿਖਤੇ, ਇੱਕ ਕੋਠਾ ਸਿੰਘ ਦਾ, ਇੱਕ ਭਾਈ ਮਦਨ ਸਿੰਘ ਦਾ, ਇੱਕ ਸੰਗਤ ਸਿੰਘ ਦਾ, ਉਹਦੇ 'ਚ ਨਾਂ ਲਿਖਿਆ। 40 ਸਿੰਘਾਂ ਸੀ, ਸੰਗਤ ਸਿੰਘ ਦਾ ਨਾਂ ਵੀ ਹੈ ਨਹੀਂ ਜੋ। ਅੱਛਾ, 40 ਸਿੰਘਾਂ ਦੇ ਵਿੱਚ ਬਾਬਾ ਸੰਗਤ ਸਿੰਘ ਦਾ ਨਾਮ ਹੈ ਨਹੀਂ। ਨਾਂ ਵੀ ਨਹੀਂ, ਕਾਨ ਸਿੰਘ ਨਾਭੇ ਨੇ ਕਰਿਆ। ਸੋ ਕਾਨ ਸਿੰਘ ਨਾਭੇ ਨੇ 3 ਵੱਡੀਆਂ ਗਲਤੀਆਂ ਕੀਤੀਆਂ। ਹੁਣ ਆ ਜੋ ਤੁਸੀਂ ਆਪਣਾ ਉਹਦਾ 'ਚ ਗਿਆਨੀ ਗਿਆਨ ਸਿੰਘ, ਪਰ ਉਹ ਪੰਥ ਪ੍ਰਕਾਸ਼ ਵਿੱਚ ਕਹਿੰਦਾ ਪੰਨਾ 205 ਤੇ ਵੀ ਕਲੰਗੀ ਜਿਹੜੀ ਸੰਸੀ ਨੂੰ ਮਿਲੀ ਹੈ, ਲੇਕਿਨ ਤਵਾਰੀ ਗੁਰੂ ਖਾਲਸਾ ਭਾਗ ਪਹਿਲਾ ਉਹ 13 ਸਾਲ ਬਾਅਦ ਲਿਖੀ 1897 ਚ, ਉਹ ਚ ਕਹਿੰਦਾ ਕਲੰਗੀ ਸੰਗਤ ਸਿੰਘ ਦਿੱਤੀ। ਫਿਰ ਉਹ ਪ੍ਰਾਚੀਨ ਪੰਥ ਪ੍ਰਕਾਸ਼ ਦੇ ਪੰਨਾ 288 ਤੇ ਕਹਿੰਦਾ ਵੀ ਜੀਵਨ ਸਿੰਘ ਜਿਹੜਾ ਹੈ ਉਹ 23 ਨਹੀਂ, ਤਰੀਕ ਪੰਥ ਪ੍ਰਕਾਸ਼ ਤੇ ਪ੍ਰਾਚੀਨ ਪੰਥ ਪ੍ਰਕਾਸ਼ ਦੋ ਵੱਖੋ ਵੱਖਰੇ ਚੀਜ਼ਾਂ ਨੇ ਨਾ। ਪਰ ਜਿਹੜਾ ਪੰਥ ਪ੍ਰਕਾਸ਼ ਉਹ ਗਿਆਨ ਸਿੰਘ ਦਾ ਲਿਖਿਆ ਹੈ, ਜਿਹੜਾ ਪ੍ਰਾਚੀਨ ਪੰਥ ਪ੍ਰਕਾਸ਼ ਰਤਨ ਸਿੰਘ ਭੰਗੂ ਦਾ ਲਿਖਿਆ, ਭੰਗੂ ਦਾ ਲਿਖਿਆ ਜੀ। ਰਤਨ ਸਿੰਘ ਜਿਹੜਾ ਰਤਨ ਸਿੰਘ ਇਹ ਪ੍ਰਾਚੀਨ ਪੰਥ ਪ੍ਰਕਾਸ਼ ਹੈ, ਰਤਨ ਸਿੰਘ ਭੰਗੂ ਦਾ, ਉਹ ਚ ਲਿਖਿਆ ਜੀਵਨ ਸਿੰਘ ਰੇਟੇ ਬੰਦੂਕੀ ਖੂਬ ਅਖਵਾਵੇ, ਏਕ ਬੁਰਜ ਕੇ ਮੱਧ ਮੇ ਉਹ ਏਕ ਲੀਤਾ ਪਾਵੇ, ਵੀ ਕੱਲੇ ਹੀ ਬੁਰਜ ਵਿੱਚ ਬੈਠਾ ਸੀ, ਕੱਲੇ ਰੋਕ ਰਿਹਾ ਸੀ। ਇਹਦਾ ਮਤਲਬ ਉਹ ਕਲਗੀ ਉਹਦੇ ਸੀਸ ਤੇ ਸੀ। ਸੋ ਇਸ ਕਰਕੇ ਇਹ ਜਿਹੜੇ ਭਰਮ ਭੁਲੇਖੇ ਆ ਇਹ ਪਏ ਆ। ਆਪਾਂ ਇੰਜ ਕਹਿ ਸਕਦੇ ਆ ਵੀ ਕੋਈ ਐਸਾ ਆ ਜਿਹੜਾ ਸਰਸਾ ਦੇ ਕੰਢੇ ਤੇ ਸ਼ਹਾਦਤ ਲਿਖਦਾ ਹੈ, ਕੋਈ ਚਮਕੌਰ ਦੀ ਹਵੇਲੀ ਵਿੱਚ ਲਿਖਦਾ ਹੈ, ਕੋਈ ਸੰਤ ਸਿੰਘ ਲਿਖਦਾ ਹੈ, ਕੋਈ ਸੰਗਤ ਸਿੰਘ ਲਿਖਦਾ ਹੈ, ਕੋਈ ਜੀਵਨ ਸਿੰਘ ਲਿਖਦਾ ਹੈ ਨਾ। ਹੁਣ ਆਪਣੇ ਕੋਲ ਕਿੱਡਾ ਵੱਡਾ ਇੱਕ ਭੁਲੇਖਾ ਆ ਗਿਆ। ਤੇ ਕਰਮ ਸਿੰਘ ਸਟੋਰੀਅਨ ਦੀ ਇੱਥੇ ਗੱਲ ਬੜੀ ਪਿਆਰੀ ਲੱਗਦੀ, ਕਹਿੰਦੇ ਇਤਿਹਾਸ ਲਿਖਣਾ ਇੰਜ ਹੈ ਜਿਵੇਂ ਮਨ ਵਿੱਚੋਂ ਕਣ ਲੱਭਣਾ ਹੈ ਨਾ। ਹੁਣ ਮਨ ਦੇ ਵਿੱਚੋਂ ਕਣ ਲੱਭਣਾ ਆਪਾਂ, ਤੁਸੀਂ ਫਿਰ ਕਿਹੜੇ ਐਸੇ ਹਵਾਲੇ ਦਿੱਤੇ ਜਿਹਦੇ ਵਿੱਚ ਤੁਸੀਂ ਦਾਅਵਾ ਕਰ ਸਕਦੇ ਹੋ ਵੀ ਕਲਗੀ ਨਾ ਸੰਤ ਸਿੰਘ ਕੋਲੇ ਹੈ ਨਾ ਸੰਗਤ ਸਿੰਘ ਕੋਲੇ ਹੈ, ਤੇ ਕਲਗੀ ਜਿਹੜੀ ਹੈ ਉਹ ਬਾਬਾ ਜੀਵਨ ਸਿੰਘ ਜੀ ਦੇ ਕੋਲੇ ਹੈ। ਹੁਣ ਮੈਂ ਪਹਿਲਾਂ ਤਾਂ ਇੱਕ ਸੰਗਤ ਸਿੰਘ ਦਾ ਆਪਾਂ ਵਿਚਾਰ ਕਰੀਏ। ਜਿਹੜਾ ਤੁਸੀਂ ਤਲਾਣੀਆਂ ਪਿੰਡ ਦੀ ਗੱਲ ਕੀਤੀ ਹੈ, ਉੱਥੇ ਸ਼ਹੀਦ ਭਾਈ ਸੰਗਤ ਸਿੰਘ ਵੈਲਫੇਅਰ ਐਸੋਸੀਏਸ਼ਨ ਹੈ ਜੀ, ਉਹਨਾਂ ਨੇ 2013 ਦੇ ਵਿੱਚ ਕੇਸ ਕੀਤਾ ਮਾਨਯੋਗ ਹਾਈ ਕੋਰਟ ਦੇ ਵਿੱਚ CWP ਨੰਬਰ 6356 ਫਾਈਲ ਕੀਤੀ ਵੀ ਜੀ ਜਿਹੜਾ ਸੰਗਤ ਸਿੰਘ ਉਹਨੂੰ ਕਲਗੀ ਤੇ ਪਿਸ਼ਾਕਾ ਦਿੱਤਾ ਗਿਆ ਚਮਕੌਰਗੜੀ ਚ, ਉਹਦਾ ਸੀਸ ਕੱਟ ਕੇ ਫਤਿਹਗੜ੍ਹ ਸਾਹਿਬ ਲਿਆਏ, ਉੱਥੇ ਦਾ ਸੰਸਕਾਰ ਕੀਤਾ। 4 ਏਕੜ ਜ਼ਮੀਨ ਜਿਹੜੀ ਦਿੱਤੀ ਜਾਵੇ, ਉਹਨੇ ਕੇਸ ਕਰਤਾ, ਸ਼੍ਰੋਮਣੀ ਕਮੇਟੀ ਨੂੰ ਨੋਟਿਸ ਹੋ ਗਿਆ ਤੇ ਪੰਜਾਬ ਨਹੀਂ 4 ਏਕੜ ਜ਼ਮੀਨ ਦਿੱਤੀ ਜਾਵੇ ਕਹਿੰਦੇ, ਦਿੱਤੀ ਜਾਵੇ। ਅੱਛਾ, ਦਿੱਤੀ ਜਾਵੇ, ਕੌਣ ਦੇਵੇ? ਸ਼੍ਰੋਮਣੀ ਕਮੇਟੀ। ਸ਼੍ਰੋਮਣੀ ਕਮੇਟੀ ਦੇਵੇ? ਹਾਂ, 4 ਏਕੜ ਜ਼ਮੀਨ ਦਾ ਅਸੀਂ ਉਹਦੀ ਯਾਦਗਾਰ ਬਣਾਉਣੀ ਹੈ। ਉਹਦਾ ਨੋਟਿਸ ਆ ਗਿਆ, ਸ਼੍ਰੋਮਣੀ ਕਮੇਟੀ ਨੂੰ ਆ ਗਿਆ, ਪੰਜਾਬ ਸਰਕਾਰ ਨੂੰ ਆ ਗਿਆ। ਉਸ ਤੋਂ ਬਾਅਦ ਸਾਨੂੰ ਪਤਾ ਲੱਗ ਗਿਆ, ਅਸੀਂ ਸ਼ਹੀਦ ਬਾਬਾ ਜੀ ਸਿੰਘ ਵਿਦਿਅਕ ਤੇ ਭਲਾਈ ਟਰਸਟ ਵੱਲੋਂ ਉਹਦੇ ਚ ਪਾਰਟੀ ਬਣ ਗਏ। ਪਾਰਟੀ ਬਣਨ ਤੋਂ ਬਾਅਦ ਮੈਂ ਜਿਹੜਾ ਹੈਗਾ ਆਪਣਾ ਜਵਾਬ ਦਾ ਫਾਈਲ ਕੀਤਾ, ਮੈਨੂੰ ਟਾਈਮ ਦਿੱਤਾ ਕੋਰਟ ਨੇ। ਮੈਂ ਕੋਰਟ ਨੂੰ ਦੱਸਿਆ ਵੀ ਗੁਰੂ ਗੋਬਿੰਦ ਸਿੰਘ ਦੇ ਟਾਈਮ ਵਿੱਚ 22/12/1666 ਤੋਂ ਲੈ ਕੇ 7/10/1708 ਤੱਕ 3 ਸੰਗਤ ਸਿੰਘ ਨਾਮ ਦੇ ਮਹਾਂਪੁਰਸ਼ ਹੋਏ। ਪਹਿਲਾ ਸੰਗਤ ਰਾਏ ਜੀ ਜਿਹੜਾ ਜੰਗ ਬਜਰੂੜ ਸ਼ਹੀਦ ਆ, ਜਿਹਦਾ ਜ਼ਿਕਰ ਗੁਰੂ ਸਾਹਿਬ ਨੇ ਵਿਚਿਤ੍ਰ ਨਾਟਕ ਕੀਤਾ। ਦੂਜਾ ਸੰਗਤ ਸਿੰਘ ਰੰਗਰੇਟਾ ਜਿਹੜਾ ਬਾਬਾ ਜੀ ਦਾ ਛੋਟਾ ਭਰਾ ਸੀ, ਉਹਦਾ ਜ਼ਿਕਰ ਸ਼੍ਰੋਮਣੀ ਕਮੇਟੀ ਵੀ ਕਰਦੀ ਹੈ ਤੇ ਹੋਰ ਵੀ ਕੇ ਰੇਟਰ ਕਰਦੇ। ਤੀਜਾ ਸੰਗਤ ਸਿੰਘ ਜਿਹੜਾ 1705 ਸੰਗਤ ਸਿੰਘ ਰੰਗਰੇਟਾ ਬਾਬਾ ਜੀ ਸਿੰਘ ਦਾ ਭਰਾ ਹੈ। ਅੱਛਾ, ਛੋਟਾ ਭਰਾ ਬਾਬਾ ਜੀਵਨ ਸਿੰਘ ਦਾ, ਜਿਹਦਾ ਜ਼ਿਕਰ ਗੁਰੂ ਸਾਹਿਬ ਦੇ ਦਰਬਾਰੀ ਕਵੀ ਕੰਕਣ ਨੇ ਕੀਤਾ। ਈਵਨ ਬਾਬਾ ਜੀਵਨ ਸਿੰਘ ਜੀ ਆਪਣੀ ਜਿਹੜੀ ਸ਼੍ਰੀ ਗੁਰੂ ਕਥਾ ਹੈ, ਤੁਹਾਨੂੰ ਇੰਜ ਨਹੀਂ ਲੱਗਦਾ ਪਿਆ ਕਿ ਤੁਸੀਂ ਜਿਹੜਾ ਉਹ ਰਾਮਦਾਸੀਏ ਸਿੱਖਾਂ ਵੱਲੋਂ ਬਾਬਾ ਸੰਗਤ ਸਿੰਘ ਹੈ ਉਹ ਵੀ ਆਪਣੇ ਖੇਮੇ ਵਿੱਚ ਪਾ ਲਿਆ, ਛੋਟਾ ਭਰਾ ਬਣਾ ਕੇ, ਤੇ ਕਲਗੀ ਵੀ ਆਪਣੇ ਖੇਮੇ ਵਿੱਚ ਪਾ ਲਈ? ਇਹ ਤੁਹਾਨੂੰ ਲੱਗਦਾ ਨਹੀਂ ਪਿਆ ਵੀ ਬਹੁਤ ਵੱਡਾ ਪਾੜ ਪਾ ਦੇਾਂਗੇ? ਨਹੀਂ, ਕੋਈ ਪਾੜ ਨਹੀਂ। ਜਿਹੜੇ ਅਸਲੀਅਤ ਇਹੀ ਹੈ, ਅਸਲ ਸੱਚ ਇਹੀ ਹੈ ਵੀ ਗੁਰੂ ਸਾਹਿਬ ਦੇ 3 ਸੰਗਤ ਸਿੰਘ ਹੋਏ। ਪਹਿਲਾ ਜੰਗ ਬਜਰੂੜ ਚ, ਦੂਜਾ ਬਾਬਾ ਜੀ ਦਾ ਭਰਾ ਜਿਹੜਾ ਚਮਕੌਰ ਚ, ਉਹਨੂੰ ਕਲਗੀ ਨਹੀਂ ਮਿਲੀ ਬਾਬਾ ਜੀ ਦੇ ਭਰਾ ਨੂੰ, ਤੇ ਤੀਜਾ ਸੰਗਤ ਸਿੰਘ ਜਿਹੜਾ ਹੈ 1705 ਨੂੰ ਜੰਗ ਮੁਕਤਸਰ ਸ਼ਹੀਦ ਹੋਇਆ। ਹੁਣ ਇਹਨਾਂ ਨੇ 4 ਸੰਗਤ ਸਿੰਘ ਨਕਲੀ ਪੈਦਾ ਕਰ ਲਏ, ਜਿਹੜੇ ਮੈਂ ਆਪਣੇ ਹਲਫੀਆ ਬਿਆਨ ਚ ਲਿਖੇ। 3 ਅਸਲੀ ਲਿਖੇ। ਨਕਲੀ ਸ਼ਬਦ ਵਰਤਿਆ ਤੁਸੀਂ? ਮੈਂ ਨਕਲੀ ਵਰਤਿਆ, ਲਿਖਿਆ ਮਨ ਘੜਤਾ ਸੰਗਤ ਸਿੰਘ। ਅੱਛਾ, 4 ਮਨ ਘੜਤਾ। ਪਹਿਲਾ ਸੰਗਤ ਸਿੰਘ ਹੀਰ ਜਿਹੜੇ ਤਲਾਣੀ ਵਾਲੇ ਕਹਿੰਦੇ ਉਹਨੂੰ ਕਲਗੀ ਮਿਲੀ ਹੈ ਜੀ ਰਮਦਾਸੀਏ ਭਾਈਚਾਰੇ ਚੋਂ। ਦੂਜਾ ਸੰਗਤ ਸਿੰਘ ਮਠਾਣ ਪਿੰਡ ਕੱਟਾ ਸਬੋਲ ਜ਼ਿਲ੍ਹਾ ਰੋਪੜ, ਨਰਿੰਦਰ ਸਿੰਘ ਸਾਥੀ ਕਹਿੰਦਾ ਜੀ ਕਲਗੀ ਤਾਂ ਮਠਾਣ ਨੂੰ ਮਿਲੀ ਹੈ, ਮਠਾਣ ਗੋਤਰ ਨੂੰ। ਤੇ ਤੀਜਾ ਸੰਗਤ ਸਿੰਘ ਬਨਾਰਸ ਵਾਲਾ, ਉਹ ਕਹਿੰਦੇ ਜੀ ਬਨਾਰਸ ਤੋਂ ਆਇਆ ਸੀ ਰਵਿਦਾਸ ਜੀ ਦੇ ਕੁਲ ਵਿੱਚੋਂ, ਉਹ ਸੰਗਤ ਸਿੰਘ ਨੂੰ ਕਲਗੀ ਮਿਲੀ। ਚੌਥਾ ਸੰਗਤ ਸਿੰਘ ਡਾਕਟਰ ਹਰਜਿੰਦਰ ਸਿੰਘ ਦਲਗੀਰ ਪੱਟੀ ਤੋਂ ਹੈ,
ਉਹ ਕਹਿੰਦਾ ਜੀ ਉਹ ਸੰਗਤ ਸਿੰਘ ਛਾਬੜੇ ਗੋਤਰ ਦਾ ਸੀ। ਹੁਣ ਸੰਗਤ ਸਿੰਘ 4 ਹੋ ਗਏ, ਕਲਗੀ ਤੇ ਪੋਸ਼ਾਕਾ ਇੱਕ ਹੈ, ਤੇ ਚਾਰਾਂ ਨੂੰ ਕਲਗੀ ਕਿਵੇਂ ਦਿੱਤੀ ਜਾ ਸਕਦੀ ਹੈ? ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਦੋਂ ਮੈਂ ਹਲਫੇ ਬਿਆਨ ਦਿੱਤਾ, ਉਹਦੀ ਕਾਪੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਤੀ ਕੋਰਟ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਹਿੰਦੇ ਪੰਜਾਬ ਯੂਨੀਵਰਸਿਟੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਤਿੰਨੇ ਯੂਨੀਵਰਸਿਟੀਆਂ ਪ੍ਰੈਸ ਰਿਸਰਚ ਬੋਰਡ, ਉਹ 'ਚ ਉਹਨਾਂ ਨੇ ਖੋਜ ਕਰਕੇ ਕਿਹਾ ਵੀ ਪੁਰਾਤਨ ਸਮਕਾਲੀ ਇਤਿਹਾਸ ਵਿੱਚ ਇੱਕ ਵੀ ਹਵਾਲਾ ਇਸ ਦੇ ਵਿੱਚ ਕਿਸੇ ਸੰਗਤ ਸਿੰਘ ਦਾ ਸੀਸ ਦਾ ਸੰਸਕਾਰ ਫਤਿਹਗੜ੍ਹ ਸਾਹਿਬ ਨਹੀਂ ਹੋਇਆ। ਜਿਹੜੀ ਜਗ੍ਹਾ ਹੈਗੀ ਉਹ 4 ਏਕੜ, ਉਹ ਰਥ ਸਾਹਿਬ ਹੈ ਗੁਰਦੁਆਰਾ, ਉਹ 4 ਸਾਹਿਬਜ਼ਾਦਿਆਂ ਨੇ ਉੱਥੇ ਰਥ ਸਾਹਿਬ ਉਤਰੇ ਸੀ, ਉਹ ਜਗ੍ਹਾ ਸਾਹਿਬਜ਼ਾਦਿਆਂ ਦੇ ਨਾਲ। ਅੱਛਾ, ਸਾਹਿਬਜ਼ਾਦਿਆਂ ਦੀ ਜਗ੍ਹਾ ਲੈਣ ਵਾਸਤੇ ਕਹਿ ਰਹੇ ਨੇ? ਵਾਸਤੇ ਕਹਿ ਰਹੇ ਸੀ ਵੀ ਉਹ 4 ਸਾਹਿਬਜ਼ਾਦਿਆਂ ਦੀ ਜਗ੍ਹਾ ਹੈਗੇ, ਰਥ ਸਾਹਿਬ ਜਗ੍ਹਾ, ਉਹ ਉਹਨਾਂ ਦੇ ਨਾਂ ਤੇ ਜਗ੍ਹਾ। ਸੋ ਇਸ ਕਰਕੇ ਕੋਰਟ ਨੇ ਜਿਹੜੀ ਡਿਸਮਿਸ ਕਰਤੀ। ਹੁਣ ਆਪਾਂ ਜਿਹੜੀ ਹੈ ਵੀ ਇੱਥੇ ਗੱਲ ਇਹ ਸਿੱਧ ਹੁੰਦੀ ਹੈ ਵੀ ਗੁਰੂ ਸਾਹਿਬ ਦੇ 3 ਨੇ, 4 ਨਕਲੀ ਪੈਦਾ ਕਰ ਲਏ। ਹੁਣ ਸੰਗਤ ਸਿੰਘ ਜਿਹੜੇ ਸਿੱਖ ਇਤਿਹਾਸ ਵਿੱਚ 3 ਹੋ ਗਏ, 4 ਇਹਨੇ ਨਕਲੀ ਪੈਦਾ ਕਰ ਲਏ। ਇੱਕ ਅਸਲੀ ਸੰਗਤ ਸਿੰਘ ਹੋਰ ਹੈ ਜਿਹੜਾ ਕਿ ਸੰਗਤ ਸਿੰਘ ਬੰਗੇਸਰੀ ਹੈ, ਉਹ ਨਖਾਸ ਚੌਕ ਲਾਹੌਰ, ਉਹਦੇ ਬਾਪ ਦਾ ਨਾਮ ਆਪਣਾ, ਉਹਦੇ ਬਾਪ ਦਾ ਨਾਮ ਸੀ ਉਹ ਜਿਹੜਾ ਹੈ ਸੰਗਤ ਸਿੰਘ ਬੰਗੇਸਰੀ, ਉਹ ਨਖਾਸ ਚੌਕ ਲਾਹੌਰ ਵਿੱਚ ਭਾਈ ਮਨੀ ਸਿੰਘ ਦੇ ਨਾਲ ਸੀ ਆਪਣੇ 24 ਜੂਨ 1734 ਈਸਵੀ ਨੂੰ। ਸੋ ਇਹ ਸੰਗਤ ਸਿੰਘ ਹੈ ਸਾਰੇ, ਯਾਨੀ ਟੋਟਲ 6 ਸੰਗਤ ਸਿੰਘ ਹੈ ਜਿਨ੍ਹਾਂ ਨੂੰ ਕਲਗੀ ਤੇ ਕਲੇਮ ਕੀਤੀ ਜਾਂਦੀ ਹੈ, ਲੇਕਿਨ 4 ਨਕਲੀ ਹੈ। ਔਰ ਮੈਂ ਇੱਕ ਹੋਰ ਗੱਲ ਤੁਹਾਨੂੰ ਬੜੀ ਇੰਟਰਸਟਿੰਗ ਦੱਸਦਾ, ਕੋਈ ਬੰਦਾ ਮੈਨੂੰ ਦਿਖਾ ਦਿਓ ਵੀ ਇਹ ਜਿਹੜੇ ਸੰਗਤ ਸਿੰਘ ਨੂੰ ਕਹਿੰਦੇ ਕਲਗੀ ਦਿੱਤੀ 14 ਲੜਾਈਆਂ ਲੜੀ ਗੁਰੂ ਗੋਬਿੰਦ ਸਿੰਘ ਜੀ ਨੇ, ਚਮਕੌਰ ਜੰਮੂ ਤੋਂ ਪਹਿਲਾਂ 13 ਲੜਾਈਆਂ ਲੜੀਆਂ, ਮੈਨੂੰ ਇੱਕ ਲੜਾਈ 'ਚ ਹਵਾਲਾ ਦਿਖਾ ਦਿਓ, ਇੱਕ ਲੜਾਈ 'ਚ ਦਿਖਾ ਦਿਓ ਕਿਸੇ ਸੰਗਤ ਸਿੰਘ ਨੇ, ਕਿਸੇ ਸੰਗਤ ਸਿੰਘ ਦਾ ਵੀ ਕੋਈ ਸੰਗਤ ਸਿੰਘ ਹੋਇਆ ਹੋਵੇ। ਅੱਛਾ, ਹੁਣ ਜਿਹੜੀ ਹੈ ਕੋਰਟ ਤੇ ਬਾਅਦ ਆਈਏ ਆਪਾਂ ਇਹਦੇ 'ਚ ਵੀ ਬਾਬਾ ਜੀਵਨ ਸਿੰਘ ਨੂੰ ਕਿਉਂ ਕਹਿੰਦੇ ਅਸੀਂ। ਹੁਣ ਗੁਰੂ ਸਾਹਿਬ ਦਾ ਦਰਬਾਰੀ ਕਵੀ ਹੈ ਕੰਕਣ, ਉਹਨੇ ਸੰਖੇਪ 10 ਗੁਰਕਥਾ ਲਿਖੀ ਹੈ, ਔਰ ਉਹਦੀ ਇੱਕ ਕਾਪੀ ਪਾਕਿਸਤਾਨ ਦੇ ਵਿੱਚ ਪੰਜਾਬ ਸਟੇਟ ਲਾਇਬ੍ਰੇਰੀ ਹੈ, ਉੱਥੇ ਪਈ ਹੈ ਹੱਥ ਲਿਖਤ ਜੀ। ਉੱਥੇ ਦੀ ਇੱਕ ਰਾਈਟਰ ਹੈਗੀ ਸੈਯਦਾ ਫਾਰ ਅਦੀਲ, ਲਾਹੌਰ ਪਾਕਿਸਤਾਨ, ਉਹਨੇ ਵੀ ਸੰਪਾਦਨ ਕੀਤਾ ਇੱਕ ਵੱਖਰੇ ਖਰੜੇ ਤੋਂ। ਭਾਸ਼ਾ ਵਿਭਾਗ ਦੇ ਡਾਕਟਰ ਗੁਰਮੁਖ ਸਿੰਘ ਨੇ ਸੰਖੇਪ 10 ਗੁਰਕਥਾ, ਗੁਰੂ ਸਾਹਿਬ ਦਾ ਦਰਬਾਰੀ ਕਵੀ ਹੈ 52 ਕਵੀਆਂ ਚੋਂ ਕਵੀ ਕੰਕਣ, ਉਹਦੀ ਰਚਨਾ ਦਾ ਸੰਪਾਦਨ ਕੀਤਾ ਸੰਖੇਪ 10 ਗੁਰਕਥਾ। ਲੇਖਕ ਗੁਰੂ ਸਾਹਿਬ ਦਾ ਦਰਬਾਰੀ ਕਵੀ ਕੰਕਣ, ਸੰਪਾਦਨ ਡਾਕਟਰ ਗੁਰਮੁਖ ਸਿੰਘ, ਭਾਸ਼ਾ ਵਿਭਾਗ ਪੰਜਾਬ। ਉਹ ਕਹਿੰਦਾ ਹੈ ਨਿਜ ਕਲਗੀ ਸਿਰ ਦਈ ਸਜਾਏ, ਦਈ ਪੌਸ਼ਾਕ ਆਪਣੀ ਪਹਿਰਾਏ, जीवन सिंह को बुर्ज बिठाए तजगड़ी गुरु गोबिंद सिंह जाए, अंत अकेला गढ़ में बंदूखी प्रवीण, जीवन सिंह रंगरेटड़ो जूझ गयो संग दीन, बजीरा अति प्रसन्न पियो, लियो मार गोबिंद, दिली तायो सीसले खुशी कर नरिंद। उसके बाद गुरु साहब का समकाली इतिहासकार है भगत सिंह, और ओदी पुस्तक है गुरबला 6 ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸੰਪਾਦਨ ਕੀਤੀ ਹੈ। ਉਹਦੇ ਪੰਨਾ 815 ਤੇ ਹੈ, जीवन सिंह गुर का सिख होए, गुर सम रूप भेद ना है कोय, थां को अपनी ठौर बिठाए, दे गुरई महत टकाए। इसी तरह ही रतन सिंह भंगू की रचना है प्राचीन पंथ प्रकाश, पन्ना 58, वो लिखता है जीवन सिंह रंगरेटड़ो बंदूखी खूबा खवावे, एक बुरज के मध्य में बेहो, एक ली तो पावे। जे वो बुरज विच कल्ला बैठा सी, इहदा मतलब सिर ते कलंगी सी। इस तरह ही ज्ञानी ज्ञान सिंह कहता कि वो ਜਦੋਂ 22 ਦਸੰਬਰ ਨੂੰ ਗੁਰੂ ਸਾਹਿਬ ਚਮਕੌਰ ਛੱਡਣ ਤੋਂ ਬਾਅਦ, ਉਹ ਲਾਈਨਾਂ ਮੈਂ ਇਹਦੇ ਦੇਖ ਕੇ ਦੱਸ ਦਿੰਦਾ ਜੀ, ਤੇ ਉਹਦੇ ਚੋਂ ਕਹਿੰਦਾ ਹੈ ਵੀ ਉਤ ਚਮਕੌਰ ਸਿੰਘ ਥੇ ਜੀਵਨ ਸਿੰਘ ਮਜਬੀ ਲੋ ਤੇ ਮੁਗਲ ਸੈਨ ਚੜੀ ਤੁਰਕ ਸੈਨ ਚੜੀ ਪਾਨੇ ਪਤਾ ਤੋੜੀ ਗੜੀ ਤੋੜ ਗੜੀ ਬੜੀ ਮਹਾਨੀ ਜੀ। ਉਹ ਕਹਿੰਦਾ ਵੀ 23 ਦਸੰਬਰ ਨੂੰ ਜੀਵਨ ਸਿੰਘ ਜੀ ਬਾਕੀ ਸਿੰਘ ਸ਼ਹੀਦ ਹੋ ਗਏ, ਲੇਕਿन ਚੜਾ ਤੇ ਸ਼ਹੀਦ ਹੋ ਗਿਆ। तो ਇਹਦਾ ਮਤਲਬ ਜੇ ਉਹ ਬਾਅਦ ਚ ਸ਼ਹੀਦ ਹੋਇਆ ਤੇ ਇਹਦਾ ਮਤਲਬ ਸਿਰ ਤੇ ਕਲੰਗੀ ਸੀ। ਇਵੇਂ ਹੀ ਪੰਜਾਬ ਸਰਕਾਰ ਦਾ ਗਜ਼ਟਿਡ ਪੰਜਾਬ ਜਿਹੜਾ ਡਿਸਟ੍ਰਿਕਟ ਰੋਪੜ, ਉਹਦੇ ਪੰਨਾ 445 ਤੇ ਕਿਹਾ ਵੀ ਜਦ ਗੁਰੂ ਸਾਹਿਬ ਨੇ ਚਮਕੌਰ ਦੀ ਗੜੀ ਛੱਡੀ ਤਾਂ ਉਹ ਕਮਾਂਡ ਬਾਬਾ ਜੀਵਨ ਸਿੰਘ ਸੰਭਾਲ ਗਏ। ਜੇ ਕਮਾਂਡ ਨੂੰ ਸੰਭਾਲੀ ਤਾਂ ਹੀ ਸੀ। ਇਵੇਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗੁਰਦੁਆਰਾ ਗਜ਼ਟ ਦਸੰਬਰ 1993 ਪੰਨਾ 22 ਤੇ ਕਲੰਗੀ ਭਾਈ ਬਾਬਾ ਜੀਵਨ ਸਿੰਘ ਦਿੱਤੀ ਹੈ। ਇਵੇਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਨੰਬਰ 2100। ਪਰ ਮੇਰੀ ਇਹ ਗੱਲ ਸੁਣੋ, ਤੁਸੀਂ ਸ਼੍ਰੋਮਣੀ ਕਮੇਟੀ ਦੇ ਹਵਾਲੇ ਦੇ ਰਹੇ ਹੋ, ਮੈਂ ਉਹ ਹਵਾਲੇ ਸੁਣਦਾ ਪਿਆ, ਦਰਸ਼ਕ ਵੀ ਸਾਡੇ ਹਵਾਲੇ ਸੁਣਦੇ ਪਏ ਨੇ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਹੀ ਬਾਬਾ ਸੰਗਤ ਸਿੰਘ ਟਰਸਟ ਜਿਹੜਾ ਮਿਲਿਆ, ਠੀਕ ਹੈ, ਇਹਨਾਂ ਨੇ ਮਿਲ ਕੇ ਟੌੜਾ ਸਾਹਿਬ ਦੇ ਵੇਲੇ ਸਾਰੀ ਪ੍ਰਵਾਨਗੀ ਲਈ ਹੈ? ਕੋਈ ਪ੍ਰਵਾਨਗੀ ਨਹੀਂ ਲਈ। ਹਾਂ, ਟੌੜਾ ਸਾਹਿਬ ਨੇ ਕੋਈ ਪ੍ਰਵਾਨਗੀ ਨਹੀਂ, ਰਿਟਨ ਕੁਛ ਨਹੀਂ, ਵਰਬਲੀ ਵੀ ਠੀਕ ਹੈ ਜੀ, ਠੀਕ ਹੈ, ਠੀਕ ਹੈ ਜੀ, ਠੀਕ ਹੈ।
ਦਿਖਾਓ ਤਾਂ ਸਹੀ ਸਾਨੂੰ, ਕੋਰਟ 'ਚ ਪੇਸ਼ ਕਰਦੇ। ਕੋਰਟ ਦੇ ਵਿੱਚ ਮਾਮਲਾ ਲੈ ਕੇ ਕੌਣ ਗਿਆ ਸੀ ਕਲਗੀ ਦਾ? ਇਹ ਲੈ ਕੇ ਗਏ ਸੀ। ਹੁਣ ਕਲਗੀਆਂ ਵਾਲੇ ਨੇ ਕਲਗੀ ਸਿੱਖ ਨੂੰ ਦਿੱਤੀ, ਤੁਸੀਂ ਕੋਰਟ ਦੇ ਵਿੱਚ ਜਾ ਕੇ ਕੋਰਟ ਨੂੰ ਪੁੱਛਦੇ ਪਏ ਵੀ ਤੁਸੀਂ ਡਿਸਾਈਡ ਕਰੋ ਕਲਗੀ ਕਿਹਨੂੰ ਦਿੱਤੀ ਹੈ। ਇਹ ਇਹਨਾਂ ਨੇ ਇਹ ਲੈ ਕੇ ਅੱਛਾ, ਇਹ ਕੋਰਟ 'ਚ ਲੈ ਗਏ, ਤੁਸੀਂ ਲੈ ਗਏ। ਸ਼ਹੀਦ ਭਾਈ ਸੰਗਤ ਸਿੰਘ ਵੈਲਫੇਅਰ ਐਸੋਸੀਏਸ਼ਨ ਤਲਾਣੀਆਂ, ਹਾਂ, ਉਹ ਲੈ ਕੇ ਗਏ ਕੋਰਟ 'ਚ, ਹੋਰ ਤਾਂ ਕੋਈ ਲੈ ਕੇ ਗਿਆ। ਅੱਛਾ, ਇਹ ਮਾਮਲਾ ਕੋਰਟ ਦੇ ਵਿੱਚ ਲੈ ਕੇ ਗਏ। ਉਹ ਲੈ ਕੇ ਹੁਣ ਗਏ। ਜਦੋਂ ਮਾਮਲਾ ਕੋਰਟ ਦੇ ਵਿੱਚ ਲੈ ਕੇ ਗਏ ਔਰ ਤੁਸੀਂ ਇਹ ਸਾਰੇ ਤੱਥ ਦਿੱਤੇ ਵੀ ਇਹ ਮਨ ਘੜਤ ਨੇ, ਉਸ ਤੋਂ ਬਾਅਦ ਇਹਨਾਂ ਨੇ ਤੁਹਾਡੀਆਂ ਗੱਲਾਂ ਦੇ ਹਵਾਲੇ ਵਿੱਚ ਇਹਨਾਂ ਦੇ ਵਕੀਲ ਨੇ ਕੀ ਜਵਾਬ ਦਿੱਤਾ? ਕੋਈ ਜਵਾਬ ਨਹੀਂ ਦਿੱਤਾ ਉਹਨੇ। ਮਾਮਲਾ ਵੀ ਕੋਰਟ 'ਚ ਲੈ ਕੇ ਗਏ, ਜਵਾਬ ਵੀ ਕੋਈ ਨਹੀਂ। ਉਹਨੇ ਕੋਈ ਤਾਂ ਜਵਾਬ ਨਹੀਂ ਦਿੱਤਾ। ਉਹ ਤਾਂ ਜਦੋਂ ਮਤਲਬ ਜਦੋਂ ਇਹਨਾਂ ਦੀ ਉਹਨਾਂ ਰਿਪੋਰਟ ਜਿਹੜੀ ਹੈ ਸ਼੍ਰੋਮਣੀ ਕਮੇਟੀ ਦੀ, ਜੱਜ ਨੇ ਪੜ੍ਹੀ ਰਿਪੋਰਟ, ਪੜ੍ਹ ਕੇ ਉਹਨੇ ਜਦੇ ਮਾਰੀ ਫਾਈਲ ਥੱਲੇ ਸਿੱਟਤੀ। ਉਹਨੇ ਕਿਹਾ ਕੋਈ ਤੁਹਾਡੀ ਗੱਲ ਸੁਣਨ ਦਾ ਮਤਲਬ ਹੀ ਨਹੀਂ। ਆ ਜਿਹੜੀ ਵਿਦਵਾਨ 3 ਯੂਨੀਵਰਸਿਟੀਆਂ ਦੇ ਵਿਦਵਾਨਾਂ ਨੇ ਇਹ ਗੱਲ ਸਿੱਧ ਕਰਤੀ ਵੀ ਕਿਸੇ ਵੀ ਸੰਗਤ ਦੇ ਸੀਸ ਦਾ ਸੰਸਕਾਰ ਕੱਟ ਕੇ ਇੱਥੇ ਲਿਆਈ ਨਾ ਸੰਸਕਾਰ ਹੋਇਆ ਫਤਿਹਗੜ੍ਹ ਸਾਹਿਬ। ਪਰ ਜਿਹੜਾ ਇਹਨਾਂ ਨੇ ਜੇ ਇਹ ਗੱਲ ਕੀਤੀ ਹੈ ਤਲਾਣੀਆਂ ਵਾਲਿਆਂ ਨੇ ਬਈ ਜਿਹੜਾ ਸੀਸ ਹੈ ਉੱਥੋਂ ਲੈ ਕੇ ਤੇ ਇੱਥੇ ਆਏ ਤੇ ਇੱਥੇ ਸੰਸਕਾਰ ਕੀਤਾ, ਇਹਨਾਂ ਨੇ ਕਿਹੜੇ ਗ੍ਰੰਥ ਦਾ ਹਵਾਲਾ ਦਿੱਤਾ ਹੈ? ਕੋਈ ਦਿੱਤਾ ਹੀ ਨਹੀਂ, ਹਵਾਲਾ ਕੋਈ ਨਹੀਂ। ਜਿਹੜੀ 6356 CWP ਨੰਬਰ 6356, ਹਾਂ, ਉਹਦੇ ਚ ਕਿਸੇ ਵੀ ਸਮਕਾਲੀ ਗ੍ਰੰਥ ਦਾ ਇੱਕ ਹਵਾਲਾ ਨਹੀਂ, ਇੱਕ ਵੀ ਹਵਾਲਾ। ਔਰ ਇਹ ਵੀ ਨਹੀਂ ਕੋਈ ਹਵਾਲਾ ਉਹਦੇ ਚ ਦਿੱਤਾ, ਸਿਰਫ ਕਹਿਤਾ ਜੀ ਉਹਦਾ ਸੀਸ ਕੱਟ ਕੇ ਲੈ ਗਿਆ, ਸਾਨੂੰ 4 ਏਕੜ ਜ਼ਮੀਨ ਦਿਓ। ਕੋਈ ਹਵਾਲਾ ਨਹੀਂ, ਕੋਈ ਕੁਝ ਨਹੀਂ। ਪਰ ਜੇ ਪ੍ਰੋਫੈਸਰ ਸਾਹਿਬ ਸਿੰਘ ਨੂੰ ਪੜ੍ਹੀਏ ਜਾਂ ਬਾਪੂ ਸੋਹਣ ਸਿੰਘ ਸੀਤਲ ਨੂੰ ਪੜ੍ਹੀਏ ਜਾਂ ਇਸ ਤੋਂ ਅੱਗੇ ਕਾਨ ਸਿੰਘ ਨਾਭਾ ਨੂੰ, ਇਹ ਜ਼ਿਆਦਾਤਰ ਸਾਰੇ ਅੱਜ ਜੋ ਪ੍ਰਚਲਿਤ ਬੁੱਕਸ ਦੇ ਵਿੱਚ ਆਉਂਦਾ ਉਹ ਤੇ ਬਾਬਾ ਸੰਤ ਸਿੰਘ ਤੇ ਬਾਬਾ ਸੰਗਤ ਸਿੰਘ ਦੇ ਜਾ ਰਿਹਾ। ਜਦੋਂ ਕਾਂਸੀ ਨਾਭੇ ਤੇ ਤੁਸੀਂ ਗੱਲੇ ਛੱਡੋ, ਮੈਂ ਤੁਹਾਨੂੰ 3 ਇਨਸਟੈਂਸ ਦੱਸਦੇ, ਪੰਨਾ 240, ਪੰਨਾ 243 ਤੇ ਪੰਨਾ 981। ਉਹਨੂੰ ਤਾਂ ਪਤਾ ਹੀ ਨਹੀਂ ਵੀ ਕੀ ਲਿਖੀ ਜਾ ਰਿਹਾ। ਉਹ ਤਾਂ ਉਹਨਾਂ ਤਾਂ ਸਭ ਕਾ ਚੇਂਜਸ ਕੀਤੀਆਂ। ਉਹਨਾਂ ਜਿਹੜੀ ਮੂਲ ਰਚਨਾ ਹੈ ਉਹਨੂੰ ਬਦਲਿਆ। ਭਾਈ ਸੁੱਖਾ ਸਿੰਘ ਦਾ ਹਵਾਲਾ ਦਿੱਤਾ 240 ਤੇ ਮੂਲ ਕੀ ਰਚਨਾ ਪਤਾ ਕਾਨ ਸਿੰਘ ਨਾਭਾ ਨੇ ਬਦਲਿਆ ਕਿ ਉਸ ਤੋਂ ਬਾਅਦ ਤਬਦੀਲੀਆਂ ਕੀਤੀਆਂ ਲੋਕਾਂ ਨੇ? ਬਾਤ ਤੇ ਕੀਤੀਆਂ ਸਾਜ਼ਿਸ਼ਾਂ ਤੇ ਰੋਜ਼ ਚੱਲਦੀਆਂ ਨੇ ਨਾ। ਬਿਲਕੁਲ, ਇਹ ਹੋ ਸਕਦਾ ਜਿਨ੍ਹਾਂ ਨੇ ਇਹ ਕੀਤਾ ਹੈ। ਹੁਣ ਜਿਹੜਾ ਸੂਰਜ ਗ੍ਰੰਥ ਹੈ ਗੁਰਪ੍ਰਤਾਪ ਸੂਰਜ ਗ੍ਰੰਥ, ਉਹਦੀ ਕਥਾ ਹੁੰਦੀ ਗੁਰਦੁਆਰਿਆਂ 'ਚ, ਉੱਥੇ ਗਲਤ ਇਤਿਹਾਸ ਦੀ ਹੋ ਰਹੀ ਹੈ। ਕਿਉਂਕਿ ਜਦੋਂ ਸੂਰਜ ਗ੍ਰੰਥ ਕਹਿੰਦਾ ਵੀ ਕਲਗੀ ਜੀ ਸੰਤ ਸਿੰਘ ਦਿੱਤੀ ਸੰਗਤ ਨੂੰ ਪੂਜਣਗਾ, ਮੈਂ ਇਸ ਵਿਵਾਦ 'ਚ ਨਹੀਂ ਪੈਣਾ। ਗੱਲ ਹੀ ਨਿਬੜ ਗਈ, ਕਲੀਅਰ ਹੈ ਉਹ। ਅੱਛਾ, ਮੈਂ ਤੁਹਾਨੂੰ ਦੱਸਦਾ ਨਾ ਭਾਈ ਗੁਰਬਲਾਸ ਪਾਤਸ਼ਾਹੀ 10 ਭਾਈ ਕਵੀ ਕੋਇਰ ਸਿੰਘ, ਨਾ ਸੁੱਖਾ ਸਿੰਘ, ਨਾ ਆਪਣਾ ਇਹ ਕੀ ਨਾ ਇਹਦਾ ਸੰਤੋਖ ਸਿੰਘ, ਨਾ ਕਾਂਸੀ ਨਾਭਾ, ਨਾ ਗਿਆਨੀ ਗਿਆਨ ਸਿੰਘ, ਇਹ ਕੋਈ ਬੰਦੇ ਕਲੀਅਰ ਨਹੀਂ। ਪਰ ਕੁਝ ਸੱਜਣਾ ਦਾ ਦਾਵਾ ਇਹ ਵੀ ਕਰਦੇ ਆ, ਕਹਿੰਦੇ ਕਿ ਜਿਹੜੇ ਬਾਬਾ ਜੀਵਨ ਸਿੰਘ ਜੀ ਨੇ ਉਹ ਗੁਰੂ ਸਾਹਿਬ ਜੀ ਤੋਂ 10 ਸਾਲ ਵੱਡੇ ਸਨ। ਗਲਤ ਹੈ। ਅੱਛਾ, ਕਿੰਨਾ ਵੱਡੇ ਤੁਸੀਂ ਮੰਨਦੇ ਹੋ? 5 ਸਾਲ ਸੀ। 5 ਸਾਲ ਵੱਡੇ ਸਨ, ਚਲੋ 5 ਸਾਲ ਵੀ ਆਪਾਂ ਲਾ ਲਈਏ। ਕਹਿੰਦੇ 5 ਸਾਲ ਵੱਡੇ ਸਨ ਤੇ ਕਹਿੰਦੇ 5 ਸਾਲ ਵੱਡੇ ਹੋਣ ਕਰਕੇ ਤੇ ਸਰੀਰ ਦੀ ਬਣਤਰ ਦਾ ਵੀ ਥੋੜਾ ਅੰਤਰ ਹੋਵੇਗਾ, ਜੋ ਦਾਵਾ ਕੀਤਾ ਜਾਂਦਾ। ਮੈਂ ਕਹਿੰਦਾ ਵੀ ਉਹ ਸਵਾਲਾਂ ਦੇ ਜਵਾਬ ਤੁਹਾਡੇ ਕੋਲ ਸਾਨੂੰ ਮਿਲ ਜਾਣ ਜੋ ਅਸੀਂ ਪੜ੍ਹੇ ਨੇ। ਹੋ ਸਕਦਾ ਉਹ ਮੈਂ ਪੜ੍ਹੇ ਨੇ, ਸਾਡੇ ਦਰਸ਼ਕਾਂ ਨੇ ਨਹੀਂ ਪੜ੍ਹੇ। ਮੇਰਾ ਸਵਾਲ ਸੁਣ ਲਓ, ਉਸ ਤੋਂ ਬਾਅਦ ਤੁਸੀਂ ਜਵਾਬ ਦੇ ਦਿਓ। ਕਿਹਾ ਜਾਂਦਾ ਹੈ ਕਿ ਉਹ ਵੱਡੇ ਸਨ ਤੇ ਵੱਡੇ ਹੋਣ ਕਰਕੇ ਸਰੀਰਕ ਬਣਤਰ ਦਾ ਵੀ ਥੋੜਾ ਅੰਤਰ ਹੁੰਦਾ ਹੈ। ਕਹਿੰਦੇ ਜਿਹੜੇ ਬਾਬਾ ਸੰਗਤ ਸਿੰਘ ਜੀ ਸੀ ਉਹਨਾਂ ਦਾ ਜਿਹੜਾ ਚਿਹਰਾ ਹੁਲੀਆ ਜਿਹੜਾ ਨਾ ਉਹ ਕਲਗੀਧਰ ਪਿਤਾ ਮਹਾਰਾਜ ਜੀ ਵਰਗਾ ਸੀ। ਇਸ ਕਰਕੇ ਕਲਗੀ ਉਹਨਾਂ ਦੇ ਸੀਸ ਦੇ ਉੱਪਰ ਸਜਾਈ ਸੀ ਕਿ ਮੇਰੇ ਇੱਥੇ ਰਹਿਣ ਦਾ ਭੁਲੇਖਾ ਪਵੇ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਮੇਰੇ ਬਾਰੇ ਇਹਦੇ ਬਾਰੇ ਕਹਿਣਾ ਜੀ, ਗੁਰੂ ਸਾਹਿਬ ਦੀ ਉਮਰ 38 ਸਾਲ ਸੀ ਚਮਕੌਰਗੜੀ 'ਚ, ਬਾਬਾ ਜੀ ਨੂੰ ਸੀ 42 42.5 ਸਾਲ ਸੀ। ਕਿੰਨਾ ਕੁ ਫਰਕ ਸੀ? ਦੂਜੀ ਗੱਲ, ਕਿਹਨੇ ਦੇਖਿਆ ਵੀ ਉਹਦਾ ਚਿਹਰਾ ਮਿਲਦਾ ਗੁਲਦਾ ਸੀ? ਕੋਈ ਸਮਕਾਲੀ ਕਵੀ ਕਹਿੰਦਾ? ਕੋਈ ਸਮਕਾਲੀ ਕਵੀ ਜੇ ਤਾਂ ਕਹਿੰਦਾ ਹੋਵੇ ਫਿਰ ਤਾਂ ਅਸੀਂ ਮੰਨੀਏ ਵੀ ਉਹਨੂੰ ਕਲਗੀ ਦਿੱਤੀ ਹੈ। ਇਹ ਤਾਂ ਸਭ ਚੇਂਜਸ ਕੀਤੀਆਂ। ਮੈਂ ਤੁਹਾਨੂੰ ਦੱਸੇ ਵੀ ਆ ਜਿਹੜੇ ਮੈਂ ਨਾਮ ਦੇ ਜਿਹੜੀ ਤੁਹਾਨੂੰ ਤੁਸੀਂ ਦਿਖਾਈ ਆ ਕਿਤਾਬ, ਇਹ 'ਚ ਮੈਂ ਸਪਸ਼ਟ ਲਿਖਿਆ ਵੀ ਪ੍ਰਾਚੀਨ ਸਿੱਖ ਇਤਿਹਾਸ ਦੇ ਰਿਕਾਰਡ ਨਾਲ ਛੇੜਛਾੜ, ਪਾਤਰਾਂ ਦੇ ਨਾਮਾਂ ਦੀ ਤਬਦੀਲੀ ਕੀਤੀ ਗਈ ਹੈ। ਐਵੇਂ ਨਹੀਂ ਕੋਈ ਮਤਲਬ ਇਹਨਾਂ ਨਾਮ ਬਦਲੇ ਹੈ, ਕੋਈ ਮਤਲਬ ਉਹ ਨਹੀਂ। ਪਰ ਤੁਸੀਂ ਆ ਜਿਹੜੀ ਪਿਕ ਲਈ ਹੈ ਇਹ ਬਾਬਾ ਜੀਵਨ ਸਿੰਘ ਦੀ ਪਿਕ ਲਈ ਹੈ? ਬਿਲਕੁਲ। ਇੱਥੇ ਕਲਗੀ ਕਿੱਥੇ ਹੈ? ਇਹ ਨਹੀਂ, ਇਹ ਤਾਂ ਸਿੰਪਲ ਹੈ, ਜੰਗੀ ਬਾਣੇ ਦੀ ਫੋਟੋ ਹੈ ਕਲਗੀ ਵਾਲੀ ਲਈ। ਕਲਗੀ ਵਾਲੀ ਤਾਂ ਹੈ ਜੀ। ਤੇ ਜੇ ਹੁਣ ਚਮਕੌਰ ਸਾਹਿਬ ਦੀ ਗੱਲ ਕਰੀਏ, ਜਿਹੜਾ ਉੱਥੇ ਅਸਥਾਨ ਬਣਿਆ ਆ ਬਿਲਕੁਲ ਗੜੀ ਦੇ ਨਾਲ, ਉਹ ਸਥਾਨ ਬਾਬਾ ਸੰਗਤ ਸਿੰਘ ਦੀ ਯਾਦ 'ਚ ਹੈ ਕਿ ਬਾਬਾ ਜੀਵਨ ਸਿੰਘ ਦੀ ਯਾਦ 'ਚ ਹੈ? ਜਿਹੜਾ ਉੱਥੇ 40 ਚਮਕੌਰਗੜੀ ਵਿੱਚ ਸ਼ਹੀਦ 37 ਸਿੰਘਾਂ ਵਿੱਚੋਂ ਅਕੇਲੇ ਬਾਬਾ ਜੀਵਨ ਸਿੰਘ ਦੀ ਯਾਦਗਾਰ ਹੈ, ਕੱਲਿਆਂ ਦੀ। ਹੋਰ ਕਿਸ ਸਾਰੇ ਸਿੰਘਾਂ ਦੀ ਕਤਲਗੜ੍ਹ ਸਾਹਿਬ ਸਾਰਿਆਂ ਦਾ ਇੱਕ ਜਗ੍ਹਾ ਸੰਸਕਾਰ ਹੋਇਆ, ਲੇਕਿਨ ਬਾਬਾ ਜੀਵਨ ਸਿੰਘ ਦਾ ਅਕੇਲੇ ਦਾ ਸੰਸਕਾਰ ਹੋਇਆ ਔਰ ਗੁਰੂ ਸਾਹਿਬ ਦੇ ਹੁਕਮ ਨਾਲ ਹੋਇਆ ਵੀ ਇਹ ਮੇਰਾ ਪੁੱਤਰ ਹੈਗਾ, ਇਹਦਾ ਬਗੈਰ ਧੜ ਤੋਂ ਸੀਸ ਹੋਏਗਾ ਇਹਦਾ ਉੱਤੇ, ਕਿਉਂਕਿ ਸੀਸ ਤਾਂ ਕੱਟ ਕੇ ਉਹਦਾ ਲੈ ਕੇ ਗੁਰੂ ਸਾਹਿਬ ਤੇ ਚਲੇ ਗਏ, ਬੱਚਿਆਂ ਦੀ ਸਾਰ ਨਹੀਂ ਲਈ। ਉਹ ਤਾਂ ਬੀਬੀ ਸ਼ਰਨ ਕੌਰ ਨੂੰ ਕਹਿ ਗਏ, ਉਹ ਬਾਬੀ ਸ਼ਰਨ ਕੌਰ ਦੀ ਡਿਊਟੀ ਲੱਗ ਗਏ ਸੀ ਵੀ ਮੇਰਾ ਜਿਹੜਾ ਪੁੱਤਰ ਹੋਏਗਾ ਉਹਦਾ ਸੀਸ ਦੇ ਧੜ ਤੋਂ ਸੀਸਾ ਲੱਗ ਹੋਏਗਾ,
ਉਹਦਾ ਉੱਥੇ ਸੰਸਕਾਰ ਨਹੀਂ ਬਾਕੀ ਕੀ ਗੱਲ ਆਪਾਂ ਤੁਹਾਨੂੰ ਲੱਗਦਾ ਨਹੀਂ ਪਿਆ ਵੀ ਆਪਾਂ ਮੈਂ ਤੁਹਾਡੀ ਗੱਲਾਂ ਨਾਲ ਸਹਿਮਤ ਹਾਂ, ਤੁਹਾਡੀ ਵਿਦਵਤਾ ਤੇ ਮੈਨੂੰ ਕੋਈ ਡਾਊਟ ਨਹੀਂ ਹੈ, ਪਰ ਕਿਤੇ ਨਾ ਕਿਤੇ ਤੁਹਾਨੂੰ ਐਸਾ ਨਹੀਂ ਲੱਗਦਾ ਪਿਆ ਵੀ ਅਸੀਂ ਬਾਕੀ ਸ਼ਹੀਦ ਕੀ ਗੱਲ ਪੁੱਤਰ ਨਹੀਂ ਗਏ? ਸਭ ਪੁੱਤਰ- ਚਮਕੌਰ ਦੀ ਹਵੇਲੀ ਵਿੱਚ ਸਾਰੇ ਹੀ ਪੁੱਤਰ ਨੇ, ਸਭਨਾਂ ਨੂੰ ਇੱਕੋ ਜਿਹਾ ਮਾਣ ਹੈ। ਸ਼ਹੀਦ ਬਿਲਕੁਲ। ਸ਼ਹੀਦ ਹੈ। ਬਾਬਾ ਜੀਵਨ ਸਿੰਘ ਵੀ ਸ਼ਹੀਦ ਨੇ, ਉੱਥੇ ਕਲਗੀਧਰ ਪਿਤਾ ਮਹਾਰਾਜ ਜੀ ਦੇ ਫਰਜ਼ੰਦ ਉਹ ਵੀ ਸ਼ਹੀਦ ਨੇ, ਬਾਕੀ ਸਾਰਾ ਰੁਤਬਾ ਇੱਕੋ ਹੀ ਹੈ। ਗੁਰੂ ਸਾਹਿਬ ਇੱਕ ਕਿਵੇਂ ਕਹਿ ਸਕਦੇ ਆ ਵੀ ਜਿਹੜਾ ਮੇਰਾ ਆਪਣਾ ਪੁੱਤ ਹੋਵੇਗਾ ਉਹਦਾ ਸੀਸ ਧੜ ਤੋਂ ਵੱਖਰਾ ਹੋਏਗਾ? ਇਹਦਾ ਹਵਾਲਾ ਜੇ ਮੈਂ ਤੁਹਾਨੂੰ ਪੁੱਛਾਂ ਕਿਹੜਾ, ਤੇ ਫਿਰ ਤੁਸੀਂ ਕੀ ਜਵਾਬ ਦਿਓਗੇ? ਦੇਖੋ ਇਹ ਤਾਂ ਜਿਹੜਾ ਹੈ ਨਹੀਂ ਦੇਖੋ, ਇੱਕ ਨਹੀਂ, ਮੈਨੂੰ ਵਰਬਲੀ ਨਹੀਂ ਚਾਹੀਦਾ, ਨਹੀਂ। ਮੈਨੂੰ ਹਵਾਲਾ ਚਾਹੀਦਾ। ਤੁਸੀਂ ਇੱਕ ਗੱਲ ਮੈਨੂੰ ਕਹੀ ਹੈ ਕਿ ਪ੍ਰਾਚੀਨ ਗ੍ਰੰਥ ਕੀ ਹੁੰਦੇ ਨੇ ਜਿਨ੍ਹਾਂ ਤੋਂ ਹਵਾਲੇ ਲਏ ਜਾਂਦੇ ਨੇ। ਬਿਲਕੁਲ। ਜੇ ਤਲਾਨੀਆਂ ਵਾਲਿਆਂ ਦੀ ਗੱਲ ਇਹ ਕਹਿ ਕੇ ਕੱਟੀ ਗਈ ਹੈ ਵੀ ਉਹਨਾਂ ਦੇ ਹਵਾਲਾ ਕੋਈ ਨਹੀਂ ਦਿੱਤਾ, ਤਾਂ ਮੈਂ ਤੁਹਾਨੂੰ ਪੁੱਛਦਾ ਇਹ ਕਿਹੜੇ ਗ੍ਰੰਥ ਦਾ ਹਵਾਲਾ ਹੈ ਵੀ ਬੀਬੀ ਸ਼ਰਨ ਕੌਰ ਨੂੰ ਕਹਿ ਕੇ ਗਏ ਹੈ ਵੀ ਜਿਹੜਾ ਮੇਰਾ ਪੁੱਤ ਹੋਵੇਗਾ ਉਹਦਾ ਸੀਸ ਧੜ ਤੋਂ ਵੱਖਰਾ ਹੋਏਗਾ? ਦੇਖੋ ਜਿਹੜੇ ਸੰਸਕਾਰ ਕਰੇ ਬੀਬੀ ਨੇ, ਜਦੋਂ ਇਸ ਗੁਰਦੁਆਰਾ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਕੱਲੇ ਦੇ ਨਾਂ ਤੇ ਬਣਿਆ, ਇਹਦਾ ਮਤਲਬ ਉਹਦਾ ਕੱਲੇ ਦਾ ਸੰਸਕਾਰ ਕੱਲਿਆਂ ਦੇ ਹੋਇਆ। ਨਾਮ ਤੇ ਪਤਾ ਕੀ ਕਾਰਨ ਆ? ਅਸੀਂ ਜਦੋਂ ਸ਼ਹੀਦਾਂ ਨੂੰ ਬਰਾਦਰੀ ਨਾਲ ਜੋੜ ਦਿੰਨੇ ਆ ਨਾ, ਇਹ ਪ੍ਰੋਬਲਮ ਨਹੀਂ ਉਦੋਂ ਆ ਬਰਾਦਰੀ ਜਾਂਦੀ ਹੈ। ਨਾਲ ਨਹੀਂ, ਇਹਦਾ ਮੇਰੀ ਬੇਨਤੀ ਹੈ। ਦੇਖੋ ਇਹ ਜਦੋਂ ਮਹਾਰਾਜਾ ਸਾਡੇ ਲਈ ਕਰਮ ਮੈਂ ਸਿੰਘ- ਫਿਰ ਬੇਨਤੀ ਕੀਤੀ, ਬਾਬਾ ਜੀਵਨ ਸਿੰਘ ਤੇ ਕਲਗੀਧਰ ਪਿਤਾ ਮਹਾਰਾਜ ਜੀ ਦੇ ਫਰਜ਼ੰਦ ਸਾਹਿਬਜ਼ਾਦਾ ਅਜੀਤ ਸਿੰਘ, ਮੈਂ ਕੋਈ ਫਰਕ ਨਹੀਂ ਸਮਝਦਾ। ਮੈਂ ਸੋਚਦਾ ਸਾਰੇ ਇੱਕੋ ਜਿਹੇ ਆ। ਬਿਲਕੁਲ ਉੱਥੇ ਜੇ ਦੋ ਵੱਡੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਨੇ ਕਲਗੀਧਰ ਪਿਤਾ ਮਹਾਰਾਜ ਜੀ ਦੇ, ਮੇਰੇ ਲਈ ਉਹ ਵੀ ਸਤਿਕਾਰਯੋਗ ਨੇ। ਬਾਬਾ ਜੀਵਨ ਸਿੰਘ ਬਾਕੀ ਦੇ ਸਿੰਘ ਮੇਰੇ ਲਈ ਉਹ ਵੀ ਸਤਿਕਾਰਯੋਗ ਨੇ। ਦੇਖੋ, ਗੱਲ ਇੱਕ ਹੈ ਵੀ ਬਾਬਾ ਜੀਵਨ ਸਿੰਘ ਜੀ ਦਾ 40 ਸਿੰਘਾਂ ਚੋਂ ਹਾਂ ਮਹਾਰਾਜਾ ਕਰਮ ਸਿੰਘ ਨੇ ਜਦੋਂ ਪਹਿਲੀ ਵਾਰ ਉੱਥੇ ਸੇਵਾ ਸ਼ੁਰੂ ਕੀਤੀ ਹੈ, ਉਹ ਤੋਂ ਪਹਿਲਾਂ ਇੱਕ ਮਿਸਲ ਸੀ ਆਪਣੇ, ਉਹਨੇ ਕੀਤੀ ਸੀ ਮਿਸਲ ਵਾਲਿਆਂ ਨੇ। ਉਹ ਤੋਂ ਬਾਅਦ ਮਹਾਰਾਜਾ ਕਰਮ ਸਿੰਘ ਨੇ, ਉਹਨੇ ਬਾਬਾ ਜੀਵਨ ਸਿੰਘ ਦਾ ਉਦੋਂ ਤੇ ਸਥਾਨ ਬਣਾਇਆ। ਬਾਕੀ ਮੰਨ ਲਓ ਤੁਸੀਂ ਸਿਰਫ ਅਸਥਾਨ ਨੂੰ ਲੈ ਕੇ ਗੱਲ ਕਰ ਰਹੇ ਹੋ, ਹਨਾ? ਜੇ ਹੁਣ ਜਿਵੇਂ ਤਲਾਨੀਆਂ ਵਾਲਿਆਂ ਨੇ 4 ਏਕੜ ਜ਼ਮੀਨ ਮੰਗੀ, ਜੇ ਉਹ ਜਗ੍ਹਾ ਮਿਲ ਜਾਂਦੀ, ਹਨਾ, ਤੁਸੀਂ ਉਹਦੇ ਵਿੱਚ ਪਾਰਟੀ ਨਾ ਬਣਦੇ ਤੇ ਜਗ੍ਹਾ ਤੇ ਮਿਲ ਗਈ ਸੀ ਨਾ, ਜਗ੍ਹਾ ਤੇ ਆ ਗਈ ਸੀ। ਇਹਦੇ ਤੁਹਾਡੇ ਵਿੱਚ ਕਲੋਨ ਕਰਕੇ ਕੰਮ ਅੜ ਗਿਆ ਉਹਨਾਂ ਦਾ। ਅਸਥਾਨ ਬਣ ਜਾਂਦਾ, ਅਸਥਾਨ ਬਣ ਕੇ ਉਹਨਾਂ ਦਾ ਵੀ ਬਣ ਗਿਆ, ਫਿਰ ਤੀਜੀ ਜੇ ਕੋਈ ਕਹਿੰਦੇ ਸਾਡੀ ਬਰਾਦਰੀ ਵਿੱਚੋਂ ਸੀ ਉਹ ਵੀ ਬਣ ਗਿਆ। ਇਹ ਤੇ ਫਿਰ ਅਸੀਂ ਬਰਾਦਰੀ ਵਾਈਜ਼ ਆ ਗਏ ਨਾ, ਜਾਂ ਤਾਂ ਸਾਡੇ ਸਾਰੇ ਇੱਕੋ ਜਿਹੇ ਨੇ। ਨਹੀਂ ਬਰਾਦਰੀ ਵਾਈਜ਼ ਨਹੀਂ, ਮੈਂ ਬਰਾਦਰੀ ਵਾਈਜ਼ ਨਹੀਂ। ਮੈਂ ਤਾਂ ਇਹ ਕਹਿਣਾ ਕਿ ਜਿਹੜਾ ਬਾਬਾ ਜੀਵਨ ਸਿੰਘ ਸੀ ਉਹ ਬੜਾ, ਉਹਦੇ ਸਪੈਸ਼ਲ ਇੱਕ ਰੁਤਬਾ ਸੀ ਸਿੱਖ ਪੰਥ ਵਿੱਚ। ਗੁਰੂ ਤੇਗ ਬਹਾਦਰ ਦੇ 5 ਪਿਆਰਿਆਂ ਚੋਂ ਇੱਕ ਪਿਆਰਾ ਸੀ। ਇਹ ਵੀ ਤੁਹਾਨੂੰ ਦੱਸਦਾ ਵੀ ਸਾਰੇ ਗੁਰੂਆਂ ਦੇ 5 ਪਿਆਰੇ ਹੋਏ। ਹਾਂ, ਕਾਨ ਸਿੰਘ ਨਾਮ ਵਾਲੇ ਲਿਖਿਆ। ਔਰ ਨੌਵੇਂ ਪਾਤਸ਼ਾਹ ਦੇ 5 ਪਿਆਰਿਆਂ ਚੋਂ ਇੱਕ ਪਿਆਰਾ ਸੀ। ਗੁਰੂ ਦਾ ਬੇਟਾ ਸੀ ਉਹ, ਉਹਨੂੰ ਖਿਤਾਬ ਮਿਲਿਆ। ਤੇ ਉਹਦਾ ਕੁਛ ਤਾਂ ਉਹਦੇ ਨਾਲ ਲਗਾਓ ਹੋਣਾ ਹੀ ਹੈ ਗੁਰੂ ਸਾਹਿਬ ਦਾ, ਕਿ ਐਡੀ ਵੱਡੀ ਉਹਨਾਂ ਨੂੰ ਪਿਆਰ ਦਿੱਤਾ, ਐਡਾ ਵੱਡਾ ਸਤਿਕਾਰ ਦਿੱਤਾ। ਔਰ 14 ਜੰਗਾਂ ਚੋਂ 14 ਜੰਗਾਂ ਦੇ ਵੀ ਗੁਰੂ ਸਾਹਿਬ ਦੇ ਨਾਲ ਰਿਹਾ। ਸੰਗਤ ਸੇ ਇੱਕ ਜੰਗ ਵਿੱਚ ਵੀ ਨਹੀਂ ਰਿਹਾ। ਸੰਗਤ ਸਿੰਘ ਨੂੰ ਕਲੰਗੀ ਕਿਵੇਂ ਮਿਲ ਜੂ ਕਿਸੇ ਨੂੰ? ਮੈਂ ਕਹਿੰਦਾ ਮੈਨੂੰ ਦਿਖਾ ਦੇਵੇ ਕੋਈ ਵੀ ਸੰਗਤ ਸਿੰਘ ਜੇ ਕਲੰਗੀ ਦਿੱਤੀ ਹੈ, ਉਹ ਦਿਖਾ ਦੇਵੇ ਵੀ 13 ਜੰਗਾਂ 'ਚ ਗੁਰੂ ਸਾਹਿਬ ਨਾਲ ਕਿਹੜੀ ਜੰਗ 'ਚੋਂ ਇਕੱਠਿਆ ਸੀ, ਔਰ ਸੰਗਤ ਸਿੰਘ ਨੇ ਕਿਹੜਾ ਇਹੋ ਜਿਹਾ ਸਪੈਸ਼ਲ ਕੰਮ ਕੀਤਾ, ਕਿਹੜੀ ਅਲੋਕਾਰੀ ਗਤੀਵਿਧੀ ਸੀ ਜਿਹਦੇ ਕਰਕੇ ਉਹਨੂੰ ਕਲੰਗੀ ਤੇ ਪਿਛਾਕਾ ਦਿੱਤਾ। ਅਕਸਰ ਨੂੰ ਇਹ ਇੱਕ ਟੈਸਟਡ ਬੰਦਾ ਸੀ। ਇਹ ਥੋੜੋ ਹੈ, ਗੁਰੂ ਸਾਹਿਬ ਨੂੰ ਪਤਾ ਸੀ ਵੀ ਜਿਹੜਾ ਹੈ। ਇਸ ਤੋਂ ਪਹਿਲਾਂ ਸੀਸ ਦੀ ਘਟਨਾ ਬਾਬਾ ਜੀਵਨ ਸਿੰਘ ਨਾਲ ਜੁੜਦੀ ਹੈ ਨਾ, ਬਹੁਤ ਵੱਡੀ ਕੁਰਬਾਨੀ ਹੈ। ਦਿੱਲੀ ਨੂੰ ਚੈਲੰਜ ਕਰਕੇ ਸੀਸ ਚੁੱਕਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ। ਦਿੱਲੀ ਨੂੰ ਚੈਲੰਜ ਹੈ। ਉਹ ਟੈਸਟਡ ਬੰਦਾ ਸੀ, ਉਹ ਇੱਕ ਬਹੁਤ ਪਰਖਿਆ ਹੋਇਆ ਸੀ, ਪਤਾ ਸੀ ਗੁਰੂ ਸਾਹਿਬ ਨੂੰ। ਔਰ ਬਾਬਾ ਜੀਵਨ ਸਿੰਘ ਨੇ ਬੜੀ ਅਕਲ ਦੇ ਨਾਲ 7 ਸਿੰਘਾਂ ਦੀ ਸ਼ਹੀਦੀ ਤੋਂ ਬਾਅਦ ਕਾਫੀ ਦੇਰ ਉਹਨੂੰ ਜੰਗ 'ਚ ਲਟਕਾ ਰੱਖਿਆ ਤਾਂ ਕਿ ਗੁਰੂ ਸਾਹਿਬ ਦੂਰ ਨਿਕਲ ਜਾਣ। ਸੋ ਇਸ ਕਰਕੇ ਬਾਬਾ ਜੀਵਨ ਸਿੰਘ ਦਾ ਜਿਹੜਾ ਰੁਤਬਾ ਸਿੱਖ ਪੰਥ ਵਿੱਚ, ਉਹ ਬਹੁਤ ਵੱਡਾ ਰੁਤਬਾ ਹੈ। ਸਾਰੇ ਸਿੰਘਾਂ ਦੇ ਰੁਤਬਾ ਬਹੁਤ ਵੱਡਾ, ਪਰ ਉਹਦਾ ਸਪੈਸ਼ਲ ਸੀ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ 5 ਪਿਆਰਿਆਂ 'ਚੋਂ ਪਿਆਰਾ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰੂ ਦਾ ਬੇਟਾ ਸੀ। ਇਸ ਕਰਕੇ ਇਹ ਜਿਹੜੇ ਮੈਂ ਤੁਹਾਨੂੰ ਸਾਰੇ ਹਵਾਲੇ ਦੱਸੇ, ਇਹਨਾਂ ਮੁਤਾਬਕ ਸਮਕਾਲੀ ਹਵਾਲਿਆਂ ਮੁਤਾਬਕ ਕਲਗੀ ਦੇ ਪਿਛਾਕਾ ਬਾਬਾ ਜੀਵਨ ਸਿੰਘ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਕਿਤਾਬ ਹੈਗੀ ਬਰਿਆਮ ਕੇਲਾ, ਮਤਾ ਨੰਬਰ 2158 ਮਿਤੀ 13/7/1987, ਉਹਦੇ 'ਚ ਉਹਨਾਂ ਨੇ ਕਲਗੀ ਦੇ ਪਿਛਾਕੇ ਵਾਲੀ ਗੱਲ ਲਿਖੀ ਹੋਈ, ਉਹ ਅਪਰੂਵ ਕੀਤੀ ਵੀ ਠੀਕ ਹੈ ਬਿਲਕੁਲ। ਸੋ ਸ਼੍ਰੋਮਣੀ ਕਮੇਟੀ ਆਪਣੇ ਗੁਰਦੁਆਰਾ ਗਜ਼ਟ 'ਚ ਅਪਰੂਵ ਕਰਦੀ ਹੈ। ਹਾਂਜੀ, ਤੇ ਫਿਰ ਸ਼੍ਰੋਮਣੀ ਕਮੇਟੀ ਦਾ ਜਿਹੜਾ ਹੈਗਾ ਰਤਨ ਸਿੰਘ ਭੰਗੂ ਦਾ ਪ੍ਰਾਚੀਨ ਪੰਥ ਪ੍ਰਕਾਸ਼, ਉਹਦੇ 'ਚ ਕਹਿੰਦਾ ਹੈ ਜੀਵਨ ਸਿੰਘ ਨੇ ਖਵਾਵੇ ਇੱਕ ਬੁਰਜ ਮੇ ਮੱਧ ਹੀ ਬਿਓ ਇੱਕ ਹੀ ਖਬ। ਜੇ ਬੁਰਜ 'ਚ ਇਕੱਲਾ ਹੀ ਬੈਠਾ ਸੀ, ਸਭ ਤੋਂ ਬਾਅਦ ਸ਼ਹੀਦ ਹੋਇਆ, ਜੇ ਸਭ ਤੋਂ ਬਾਅਦ ਸ਼ਹੀਦ ਹੋਇਆ, ਇਹਦਾ ਲੋਕ ਕਲਗੀ ਤੇ ਪਿਛਾਕਾ। ਬਿਲਕੁਲ ਜੀ, ਦਿਲ ਦੀਆਂ ਗਹਿਰਾਈਆਂ ਤੋਂ ਬਾਬਾ ਜੀ ਤੁਹਾਡੇ ਧੰਨਵਾਦੀ ਹਾਂ। ਤੁਸੀਂ ਸਾਡੇ ਸਟੂਡੀਓ ਵਿਖੇ ਆਏ, ਸਾਡੇ ਨਾਲ ਬੈਠ ਕੇ ਗੱਲਾਂ ਬਾਤਾਂ ਕੀਤੀਆਂ, ਸਾਡੇ ਪ੍ਰੋਗਰਾਮ ਦਾ ਹਿੱਸਾ ਬਣੇ। ਤੇ ਦਰਸ਼ਕੋ, ਇੱਥੇ ਮੈਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਗੱਲ ਕਰਦਾ ਵਾਂ, ਕਿਉਂਕਿ ਇਹਨਾਂ ਨੇ ਜਦੋਂ ਕੈਪਟਨ ਸਵਰਨ ਸਿੰਘ ਜੀ ਨੇ ਸਾਡੇ ਕੋਲੋਂ ਸਮੇਂ ਦੀ ਮੰਗ ਕੀਤੀ ਤੇ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਮਖੂ ਜੀ, ਅਸੀਂ ਤੱਥਾਂ ਦੇ ਆਧਾਰਿਤ ਗੱਲ ਕਰਦੇ ਹਾਂ, ਅਸੀਂ ਇੱਧਰ ਉਧਰੋਂ ਨਹੀਂ ਮਾਰਨੀ ਆ। ਤੇ ਮੈਨੂੰ ਬੜੀ ਗੱਲ ਚੰਗੀ ਲੱਗੀ ਕਿ ਕੋਈ ਤੱਥਾਂ ਦੇ ਆਧਾਰ ਦੇ ਉੱਪਰ ਹੀ ਗੱਲ ਦਾ ਆਨੰਦ ਆਉਂਦਾ ਹੈ।
ਪਰ ਚਲੋ ਖੈਰ ਮੈਂ ਫਿਰ ਇੱਕ ਬੇਨਤੀ ਕਰਦੇ ਆ, ਬਾਕੀ ਕੋਈ ਵੀ ਵੀਰ ਆਪਣੀ ਗੱਲ ਰੱਖਣੀ ਚਾਹੁੰਦਾ ਹੋਵੇ ਤੇ ਸਾਡੇ ਸਟੂਡੀਓ ਦੇ ਦਰਵਾਜ਼ੇ ਖੁੱਲੇ ਨੇ। ਪਰ ਬੇਨਤੀ ਹੈ ਮੇਰੀ, ਜਿਵੇਂ ਇਹਨਾਂ ਨੇ ਗ੍ਰੰਥਾਂ ਦੇ ਹਵਾਲੇ ਤੇ ਸਾਰੇ ਪ੍ਰਮਾਣ ਤੇ ਪੂਰਾ ਝੋਲਾ ਆਪਣਾ ਨਾਲ ਲੈ ਕੇ ਆਏ ਨੇ, ਉਹ ਕਿਰਪਾ ਕਰਕੇ ਆਪਣੇ ਸਾਰੇ ਪ੍ਰਮਾਣ ਹਵਾਲੇ ਨਾਲ ਲੈ ਕੇ ਆਉਣ। ਅਸੀਂ ਜੱਜਮੈਂਟ ਨਹੀਂ ਕਰਨੀ, ਅਸੀਂ ਸਿਰਫ ਇੱਕ ਸਟੇਜ ਦੇਣੀ ਹੈ ਆਪਣੀ ਗੱਲ ਰੱਖਣ ਦੀ। ਜੱਜਮੈਂਟ ਕੌਮ ਕਰੇਗੀ ਵੀ ਤੱਥਾਂ ਦੇ ਆਧਾਰ ਦੇ ਉੱਪਰ ਕਿਸ ਦੀ ਗੱਲ ਵਿੱਚ ਦਮ ਹੈ। ਪਰ ਦੋਸਤੋ, ਮੈਂ ਤੁਹਾਡੇ ਨਾਲ ਇੱਕ ਵਾਅਦਾ ਕਰਦਾ ਵਾਂ ਕਿ ਅਗਲੇ ਹਫ਼ਤੇ ਵੀ ਬਾਬਾ ਜਸਵੰਤ ਸਿੰਘ ਜੀ ਮੇਰੇ ਨਾਲ ਹੋਣਗੇ। ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਾਬਾ ਜੀਵਨ ਸਿੰਘ ਜੀ ਦੀਆਂ ਪਿਛੋਕੜ ਦੀਆਂ ਕੁਰਬਾਨੀਆਂ ਤੇ ਉਹ ਸਾਰੇ ਮੈਟਰ ਨੂੰ ਤੁਹਾਡੇ ਅੱਗੇ ਜਲਦੀ ਹਾਜ਼ਰ ਕਰਾਂਗਾ। ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।